ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਨਾਲ ਜੁੜੀਆਂ ਹੋਈਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਇਹ ਕਿ ਉਗਰਾਹਾਂ ਵੱਲੋਂ ਯਾਨੀ ਕਿ ਜੋਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਇੱਕ ਬਹੁਤ ਵੱਡਾ ਬਿਆਨ ਸਿਆਸਤਦਾਨਾਂ ਦੇ ਨਾਲ ਹੋਈ ਮੀਟਿੰਗ ਨੂੰ ਲੈ ਕੇ ਆਇਆ ਜਿੱਥੇ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ ਟਾਰਗੇਟ ਕੀਤਾ ਹੈ ਤੇ ਨਾਲ ਟਾਰਗੇਟ ਕੀਤਾ ਬੀਜੇਪੀ ਨੂੰ। ਉਹਨਾਂ ਦਾ ਉਹ ਬਿਆਨ ਜਿਸ ਵਿੱਚ ਕਿਹਾ ਗਿਆ ਹੈ ਕਿ ਅਸੀਂ ਸਿਰਫ ਔਰ ਸਿਰਫ ਪੰਜਾਬ ਦੇ ਵਿੱਚ ਬੀਜੇਪੀ ਪਾਰਟੀ ਦੀਆਂ ਰੈਲੀਆਂ ਨੂੰ ਟਾਰਗੇਟ ਕਰਾਂਗੇ, ਭਾਵ ਉਹਨਾਂ ਦਾ ਵਿਰੋਧ ਕਰਾਂਗੇ। ਇਸ ਦੇ ਨਾਲ ਆਪਾਂ ਇਹ ਵੀ ਗੱਲਬਾਤ ਕਰਾਂਗੇ ਕਿ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦੇ ਜੋ ਸੁਪਰੀਮੋ ਨੇ ਉਹਨਾਂ ਦੇ ਵੱਲੋਂ ਇੱਕ ਬਹੁਤ ਵੱਡਾ ਬਿਆਨ ਗਠਬੰਧਨ ਟੁੱਟਣ ਨੂੰ ਲੈ ਕੇ ਆਇਆ ਤੇ ਕਿਸ ਤਰ੍ਹਾਂ ਉਹਨਾਂ ਨੇ ਮੋਦੀ ਨੂੰ ਟਾਰਗੇਟ ਕੀਤਾ। ਇਸ ਤੋਂ ਇਲਾਵਾ ਗੱਲਬਾਤ ਇਹ ਵੀ ਕੀਤੀ ਜਾਏਗੀ ਕਿ ਆਉਣ ਵਾਲੀ 17 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਇੱਕ ਬਹੁਤ ਵੱਡਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਪ੍ਰੋਗਰਾਮ ਕੀ ਹੈ, ਇਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ। ਅਣਖੀ ਜੀ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਅਣਖੀ ਸਾਹਿਬ, ਜੋਗਿੰਦਰ ਸਿੰਘ ਉਗਰਾਹਾਂ ਦੇ ਉਸ ਬਿਆਨ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪਿੱਛੇ ਜੋ ਕਿ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਅਦਾਲਤ ਸਜਾਈ ਗਈ ਸੀ ਚੰਡੀਗੜ੍ਹ ਦੇ ਵਿੱਚ ਤੇ ਉੱਥੇ ਪੰਜਾਬ ਦੇ ਸਿਆਸਤਦਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਰੈਲੀਆਂ ਹੋਣੀਆਂ ਨੇ, ਸਿਆਸਤ ਨਾਲ ਸੰਬੰਧਿਤ ਪ੍ਰੋਗਰਾਮ ਹੋਣੇ ਨੇ, ਉਹਨਾਂ ਬਾਰੇ ਗੱਲਬਾਤ ਕੀਤੀ ਜਾਵੇ। ਤਾਂ ਉਹਨਾਂ ਦਾ ਇਹ ਫੈਸਲਾ ਸੀਗਾ, ਉਹਨਾਂ ਦੇ ਬਿਆਨ ਹੈ ਉਗਰਾਹਾਂ ਦਾ ਵੀ ਜੋ ਰਾਜੋਵਾਲ ਸਾਹਿਬ ਵੱਲੋਂ ਬਿਆਨ ਦਿੱਤਾ ਗਿਆ ਜਾਂ ਫੈਸਲਾ ਕੀਤਾ ਗਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਆਪਣੀ ਕੋਈ ਵੀ ਰਾਜਨੀਤਿਕ ਰੈਲੀ ਨਹੀਂ ਕਰਨਗੀਆਂ। ਤੁਸੀਂ ਕਿਵੇਂ ਦੇਖ ਰਹੇ ਹੋ ਇਸ ਬਿਆਨ ਦੇ ਬਾਰੇ? ਦੇਖੋ ਮਾਨ ਸਾਹਿਬ, ਜਿਹੜੀ ਜੋਗਿੰਦਰ ਸਿੰਘ ਉਗਰਾਹਾਂ ਦੀ ਜਿਹੜੀ ਸਟੇਟਮੈਂਟ ਆਈ ਆ, ਇਹ ਖਾਸ ਤੌਰ ਤੇ ਕਿਸਾਨੀ ਜਥੇਬੰਦੀਆਂ ਵੱਲੋਂ ਲਾਈ ਗਈ ਅਦਾਲਤ ਤੇ ਉਹਦੇ ਵਿੱਚ ਪੇਸ਼ ਸਿਆਸੀ ਪਾਰਟੀਆਂ ਦੇ ਸੰਦਰਭ ਦੇ ਵਿੱਚ ਤੇ ਉਹਦੇ ਪ੍ਰਤੀਕਰਮ ਦੇ ਵਿੱਚ ਜਿਹੜਾ ਬਿਆਨ ਜਿਹੜਾ ਉਹ ਆਇਆ ਜੋਗਿੰਦਰ ਸਿੰਘ ਉਗਰਾਹਾਂ ਦਾ ਬੜਾ ਮਹੱਤਵਪੂਰਨ ਆ। ਕਾਰਨ ਇਹ ਆ ਕਿ ਅੱਜ ਤੱਕ ਅਗਰ ਵੇਖਿਆ ਜਾਵੇ ਤਾਂ 32 ਜਥੇਬੰਦੀਆਂ ਦੇ ਨਾਲ ਜਿਹੜਾ ਜਗਦੇਵ ਸਿੰਘ ਉਗਰਾਹਾਂ ਦਾ ਜਿਹੜਾ ਗਰੁੱਪ ਆ ਹਮੇਸ਼ਾ ਨਾਲ ਤਾਂ ਰਿਹਾ ਹੀ ਆ, ਪਰ ਹਮੇਸ਼ਾ ਆਪਣੀ ਉਸਦੀ ਅਲੱਗ ਹੋਂਦ ਜਿਹੜੀ ਉਹ ਬਣੀ ਰਹੀ ਆ। ਔਰ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਜਦੋਂ ਦਿੱਲੀ ਵੱਲ ਕਿਸਾਨਾਂ ਨੇ ਮੋਰਚਾ ਲਾਉਣਾ ਸੀ ਔਰ ਦਿੱਲੀ ਚਲੋ ਦਾ ਨਾਅਰਾ ਜਿਹੜਾ 32 ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸੀ, ਉਸ ਸਮੇਂ ਵੀ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਉਸ ਬਿਆਨ ਨੂੰ ਜਾਂ ਉਸ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨਾਲੋਂ ਇੱਕ ਕਿਸਮ ਨਾਲ ਅਲੱਗ ਹੋ ਕੇ ਚੱਲਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹਦੇ ਵਿੱਚ ਉਗਰਾਹਾਂ ਨੂੰ ਕਿਹਾ ਗਿਆ, ਜਿਸ ਤਰ੍ਹਾਂ ਬਾਕੀ ਜਿਹੜੀਆਂ ਜਥੇਬੰਦੀਆਂ ਸਨ ਉਹਨਾਂ ਨੇ ਇਹ ਗੱਲ ਕਹੀ ਕਿ ਬੈਰੀਕੇਡ, ਹਰ ਤਰੀਕੇ ਦਾ ਬੈਰੀਕੇਡ ਤੋੜ ਕੇ ਤੁਸੀਂ ਅੱਗੇ ਵਧਣਾ ਹੈ। ਪਰ ਉਗਰਾਹਾਂ ਵੱਲੋਂ ਇਹੋ ਜਿਹੀ ਸਟੇਟਮੈਂਟ ਕੋਈ ਨਹੀਂ ਦਿੱਤੀ ਗਈ। ਉਹਨੇ ਇੰਨੀ ਗੱਲ ਬੜੀ ਸੂਝਵਾਨ ਤਰੀਕੇ ਨਾਲ ਕਹੀ ਸੀ। ਮੈਨੂੰ ਯਾਦ ਆ ਕਿ ਭਵਾਨੀਗੜ੍ਹ ਦੇ ਲਾਗੇ ਉਸ ਰਸਤਿਓਂ ਜਿਹੜਾ ਉਗਰਾਹਾਂ ਗਰੁੱਪ ਨੇ ਐਂਟਰ ਕਰਨਾ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਜਿਹੜੀ ਹਿੰਸਾ ਉਹ ਨਹੀਂ ਹੋਣੀ ਚਾਹੀਦੀ, ਜਿੱਥੇ ਤੁਹਾਨੂੰ ਡੱਕਣ ਤੁਸੀਂ ਉੱਥੇ ਜਿਹੜਾ ਬੈਠ ਜਾਣਾ, ਕਿਉਂਕਿ ਜਿਹੜੇ ਨੌਜਵਾਨ ਨੇ, ਕਈ ਮਾਵਾਂ ਦੇ ਪੁੱਤ ਜਿਹੜੇ ਮੈਂ ਨਾਲ ਲੈ ਕੇ ਆਇਆ, ਇਹਨਾਂ ਨੂੰ ਮੈਂ ਲਾਸ਼ਾਂ ਜਿਹੜੀਆਂ ਨਹੀਂ ਬਦਲਣ ਦੇ ਰੂਪ ਵਿੱਚ ਵੇਖਣਾ ਚਾਹੁੰਦਾ। ਤਾਂ ਉਗਰਾਹਾਂ ਦੇ ਬਿਆਨ ਜਿਹੜਾ ਨਾ ਬੜਾ ਸੁਲਝਿਆ ਸੀ। ਬੇਸ਼ੱਕ ਉਦੋਂ ਵੀ ਉਹਨੇ ਇਹਨਾਂ ਕਿਸਾਨ ਜਿਹੜੀਆਂ ਜਥੇਬੰਦੀਆਂ ਤੋਂ ਅਲੱਗ ਹੋ ਕੇ ਯਤਨ ਕੀਤਾ, ਹਾਲਾਂਕਿ ਉਹਦੀ ਸ਼ਮੂਲੀਅਤ ਜਿਹੜੀ ਆ ਇਸ ਸੰਯੁਕਤ ਮੋਰਚੇ ਦੇ ਵਿੱਚ ਪੂਰਨ ਤੌਰ ਤੇ ਰਹੀ ਆ। ਹੁਣ ਜਿਹੜਾ ਅੱਜ ਦੀ ਜਿਹੜੀ ਸਟੇਟਮੈਂਟ ਆਈ ਆ ਕਿ ਅਸੀਂ ਸਿਰਫ ਭਾਜਪਾ ਦਾ ਵਿਰੋਧ ਕਰਾਂਗੇ, ਕਿਸਾਨ ਜਥੇਬੰਦੀਆਂ ਨੇ ਜਿਹੜੀ ਅਦਾਲਤ ਲਾਈ ਆ, ਇਸ ਅਦਾਲਤ ਦੇ ਵਿੱਚ ਲਾਉਣ ਦੀ ਕੋਈ ਜ਼ਰੂਰਤ ਜਿਹੜੀ ਉਹ ਨਹੀਂ ਸੀ ਜਾਂ ਉਹ ਪੱਖ ਵਿੱਚ ਨਹੀਂ ਨੇ। ਲਖਵਿੰਦਰ ਜੀ, ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਜੋ ਮੇਰੀ ਨਿੱਜੀ ਰਾਏ ਆ ਕਿ ਇੱਕ ਹੁਣ ਪੰਜਾਬ ਦੇ, ਮੈਂ ਜੋਗਿੰਦਰ ਸਿੰਘ ਉਗਰਾਹਾਂ ਦੇ ਬਿਆਨ ਦੇ ਵਿੱਚ ਬਾਅਦ ਚ ਉਹਨਾਂ ਕੁਝ ਸ਼ੰਕੇ ਨੇ ਮੇਰੇ ਮਨ ਦੇ ਵਿੱਚ, ਉਹਨਾਂ ਦੀ ਨਿਵਰਤੀ ਵੀ ਜ਼ਰੂਰੀ ਹੈ ਕਿ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਵੀ ਸਿਆਸੀ ਗਤੀਵਿਧੀਆਂ ਹੋਣਗੀਆਂ ਜਾਂ ਸਮਾਜਿਕ ਗਤੀਵਿਧੀਆਂ ਜਾਂ ਰਾਜਨੀਤਿਕ ਜਾਂ ਕੋਈ ਵੀ ਗਤੀਵਿਧੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ, ਕੀ ਉਹ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਪੁੱਛ ਕੇ ਹੋਣਗੀਆਂ? ਪਹਿਲਾ ਪ੍ਰਸ਼ਨ ਇਹ ਹੈ। ਬਿਲਕੁਲ ਜੀ, ਬਿਲਕੁਲ। ਤੇ ਕੀ ਕਿਸਾਨ ਜਥੇਬੰਦੀਆਂ ਕੋਲ ਇਹ ਕੋਈ ਅਧਿਕਾਰ ਹੈ ਕਿ ਉਹ ਕਿਸੇ ਵੀ ਪਾਰਟੀ ਨੂੰ ਡਾਇਰੈਕਸ਼ਨ ਦੇ ਸਕਣ ਕਿ ਤੁਸੀਂ ਏਦਾਂ ਨਹੀਂ ਕਰਨਾ, ਤੁਸੀਂ ਓਦਾਂ ਨਹੀਂ ਕਰਨਾ? ਜੇਕਰ ਅਸੀਂ ਇਹ ਆਖਦੇ ਕਿ ਭਾਰਤ ਇੱਕ ਲੋਕਤੰਤਰ ਦੇਸ਼ ਆ, ਇੱਥੇ ਹਰ ਵਿਅਕਤੀ ਨੂੰ ਆਪਣੀ ਲੋਕਤੰਤਰੀ ਤਰੀਕੇ ਨਾਲ ਗੱਲਬਾਤ ਕਰਨ ਦਾ ਅਧਿਕਾਰ ਆ, ਤੇ ਉਸੇ ਲੋਕਤੰਤਰੀ ਅਧਿਕਾਰ ਦੇ ਨਾਲ ਜਿਹੜੀਆਂ 32 ਕਿਸਾਨ ਜਥੇਬੰਦੀਆਂ ਨੇ ਬੀਤੇ 1 ਸਾਲ ਤੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਉਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਨੇ, ਜਿਹੜਾ ਅਧਿਕਾਰ ਜਿਹੜਾ ਭਾਰਤ ਦਾ ਸੰਵਿਧਾਨ ਉਹਨਾਂ ਨੂੰ ਦਿੰਦਾ,
ਤੇ ਜੇਕਰ ਭਾਰਤ ਦਾ ਸੰਵਿਧਾਨ ਉਹਨਾਂ ਨੂੰ ਇਹ ਧਰਨੇ ਜਾਂ ਅੰਦੋਲਨ ਕਰਨ ਦੀ ਇਜਾਜ਼ਤ ਦਿੰਦਾ ਤਾਂ ਉਹੀ ਸੰਵਿਧਾਨ ਜਿਹੜਾ ਉਹਨਾਂ ਸਿਆਸੀ ਪਾਰਟੀਆਂ ਨੂੰ ਵੀ ਸਿਆਸੀ ਰੈਲੀਆਂ ਪ੍ਰਚਾਰ ਕਰਨ ਦੀ ਇਜਾਜ਼ਤ ਦਿੰਦਾ ਕਿ ਹਾਂ ਵੀ ਤੁਸੀਂ ਵੀ ਆਪਣਾ ਪੱਖ ਰੱਖੋ। ਹੁਣ ਜੇਕਰ ਸਿਆਸੀ ਪਾਰਟੀਆਂ ਕਰਦੀਆਂ ਨੇ ਕਿ ਕੋਈ ਵੀ ਰੈਲੀ ਜਾਂ ਕਿਸੇ ਵੀ ਪੱਤਰ ਤੋਂ ਪਹਿਲਾਂ ਮੈਂ ਇਹ ਗੱਲ ਕਲੀਅਰ ਕਰਦਾ ਕਿ ਮੈਂ ਇਸ ਵਕਤ ਜਿਹੜੀ ਗੱਲ ਕਰ ਰਿਹਾ ਨਾ ਤਾਂ ਮੈਂ ਸਿਆਸੀ ਪਾਰਟੀਆਂ ਦੇ ਹੱਕ ਦੇ ਵਿੱਚ ਗੱਲ ਕਰ ਰਿਹਾ ਤੇ ਨਾ ਮੈਂ ਕਿਸਾਨੀ ਜਥੇਬੰਦੀਆਂ ਦੇ ਵਿਰੋਧ 'ਚ ਗੱਲ ਕਰ ਰਿਹਾ। ਮੈਂ ਇੱਕ ਨਿਰਪੱਖ ਜਿਹੜੀ ਉਹ ਗੱਲ ਕਰਨ ਦੀ ਮੇਰੀ ਕੋਸ਼ਿਸ਼ ਹੈ ਜੋ ਮੈਂ ਕਹਿਣਾ ਚਾਹੁੰਦਾ ਕਿ ਜੇ ਲੋਕਤੰਤਰੀ ਅਧਿਕਾਰ ਕੇਵਲ ਔਰ ਕੇਵਲ ਅੰਦੋਲਨ ਕਰਨ ਦਾ ਅਧਿਕਾਰ ਕੇਵਲ ਸਿਆਸੀ ਪਾਰਟੀਆਂ ਨੂੰ ਆ, ਚਲੋ ਜੇ ਸਿਆਸੀ ਪਾਰਟੀਆਂ ਨੂੰ ਆ ਤਾਂ ਫਿਰ ਉਹਨਾਂ ਨੂੰ ਇਹ ਜੇ ਤਾਲਿਬਾਨਾ ਹੁਕਮ ਜਿਹੜਾ ਜਾਂ ਇੱਕ ਤਾਨਾਸ਼ਾਹੀ ਕਿ ਤੁਸੀਂ ਇਸ ਤਰ੍ਹਾਂ ਨਹੀਂ ਕਰਦਾ ਉਸ ਪਾਰਟੀ ਨੂੰ ਉਦਾਂ ਨਹੀਂ ਕਰਦਾ, ਇਹ ਤੁਹਾਨੂੰ ਟੋਕ ਰਿਹਾਗਾ। ਗੱਲ ਇਹ ਵੀ ਆ ਵੀ ਇੱਕ ਪਾਸੇ ਤਾਂ ਇਹ ਜਥੇਬੰਦੀਆਂ ਕਿਸਾਨ ਜਥੇਬੰਦੀ ਕਹਿ ਰਹੀਆਂ ਨੇ ਵੀ ਅਸੀਂ ਕਿਸੇ ਤਰ੍ਹਾਂ ਦੀ ਵੀ ਕੋਈ ਪਾਰਟੀ ਬਣਾ ਕੇ ਰਾਜਨੀਤੀ ਵਿੱਚ ਨਹੀਂ ਆਵਾਂਗੇ, ਲੇਕਿਨ ਦੂਸਰੇ ਪਾਸੇ ਆਪਣੇ ਫੈਸਲੇ ਦੇ ਉਲਟ ਇਹ ਪੰਜਾਬ ਦੀ ਰਾਜਨੀਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀਆਂ। ਇਹ ਤੁਸੀਂ ਤੇ ਬੜਾ ਉਹਦੇ ਦਾ ਪ੍ਰਸ਼ਨ ਪੁੱਛ ਲਿਆ ਕਿ ਪੰਜਾਬ ਦੀ ਰਾਜਨੀਤੀ ਨੂੰ ਕੰਟਰੋਲ ਕਰਨ ਦੀ ਮਾਨ ਸਾਹਿਬ ਇਹਨਾਂ ਦੀ ਮਨਸ਼ਾ ਜਿਹੜੀ ਨਹੀਂ ਲੱਗਦੀ, ਇਹਨਾਂ ਦੀ ਇੱਕ ਤਾਨਾਸ਼ਾਹੀ ਰੁਚੀ ਆ ਕਿ ਜੋ ਵੀ ਜੇਕਰ ਪੰਜਾਬ ਦਾ ਸਰਕਾਰ ਜੇਕਰ ਤੇ ਉਹਦੇ ਉੱਤੇ ਅਧਿਕਾਰਤ ਪ੍ਰਸ਼ਾਸਨ ਜੇਕਰ ਰਾਜ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਇਮ ਕਰ ਰਿਹਾ ਤਾਂ ਉਹ ਵੀ ਕਿਸਾਨ ਜਥੇਬੰਦੀਆਂ ਨੂੰ ਪੁੱਛਣ ਤੇ ਜੇਕਰ ਸਿਆਸੀ ਪਾਰਟੀਆਂ ਨੇ ਸਿਆਸਤ ਕਰਨੀ ਤਾਂ ਉਹ ਵੀ ਸਾਫ਼ ਔਰ ਸਪਸ਼ਟ ਸ਼ਬਦਾਂ 'ਚ ਭਾਵੇਂ ਪਾਰਟੀ ਕੋਈ ਵੀ ਹੋਵੇ ਜੇਕਰ ਉਹ ਸਿਆਸਤ ਨਹੀਂ ਕਰੂਗੀ ਤਾਂ ਸਿਆਸਤ ਨਹੀਂ ਕਰੂਗੀ ਦੇਸ਼ ਦੇ ਵਿੱਚ ਜਾਂ ਰਾਜ ਦੇ ਵਿੱਚ ਜਿਹੜਾ ਪਰਿਵਰਤਨ ਕਿੱਦਾਂ ਆਊਗਾ। ਤੇ ਜੇਕਰ ਅਸੀਂ ਪਹਿਲਾਂ ਹੀ ਇੰਨੀ ਗੱਲ ਕਹਿ ਦਈਏ ਕਿ ਤੁਸੀਂ ਸਾਡੀ ਮਰਜ਼ੀ ਦੇ ਅਨੁਸਾਰ ਇਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਤਾਂ ਫਿਰ ਇਹ ਤਾਨਾਸ਼ਾਹੀ ਤੇ ਤਾਲਿਬਾਨਾ ਇੱਕ ਸੋਚ ਹੋ ਸਕਦੀ ਜਿਹੜੀਆਂ ਕਿਸਾਨ ਜਥੇਬੰਦੀਆਂ ਸਾਰੇ ਸਮੁੱਚੇ ਸਿਸਟਮ ਨੂੰ ਆਪਣੇ ਹੱਥ ਵਿੱਚ ਲੈ ਕੇ ਆਪਰੇਟ ਕਰਨ ਦਾ ਯਤਨ ਕਰ ਰਹੀਆਂ ਨੇ। ਪਹਿਲਾਂ ਮੈਂ ਇਹ ਗੱਲ ਕਹਿਦਾ ਕਿ ਇਹ ਮੇਰੀ ਨਿੱਜੀ ਰਾਏ ਹੈ, ਇਹ ਮੇਰੇ ਨਾਲ ਇਹ ਮੇਰੇ ਚੈਨਲ ਜਾਂ ਕਿਸੇ ਦੀ ਮੇਰੀ ਨਿੱਜੀ ਰਾਏ ਹੈ। ਜਿਸ ਤਰੀਕੇ ਨਾਲ ਤੁਸੀਂ ਮੈਨੂੰ ਪੁੱਛਿਆ ਇਸ ਤਰ੍ਹਾਂ ਚੈਨਲ ਦਾ ਕੋਈ ਸੰਬੰਧ ਹੈ ਜਾਂ ਨਹੀਂ ਹੈ ਇੱਕ ਡਿਫਰੈਂਟ ਇਸ਼ੂ ਆ, ਪਰ ਮੈਂ ਆਪਣੀ ਰਾਏ ਜਿਹੜੀ ਦੇ ਰਿਹਾ। ਹੁਣ ਦੂਸਰੇ ਪਾਸੇ ਜੇਕਰ ਸਿਆਸੀ ਜਥੇਬੰਦੀਆਂ ਨੂੰ ਇਸ ਗੱਲ ਦਾ ਡਰ ਆ ਕਿ ਜੇਕਰ ਕਿਸਾਨ ਸਿਆਸੀ ਜਥੇਬੰਦੀਆਂ ਪਿੰਡਾਂ ਦੇ ਵਿੱਚ ਰੈਲੀਆਂ ਕਰਦੇ ਨੇ ਜਾਂ ਇਲਾਕਿਆਂ 'ਚ ਰੈਲੀਆਂ ਕਰਦੇ ਨੇ, ਕਿਸਾਨ ਜਥੇਬੰਦੀਆਂ ਜਿਸ ਤਰੀਕੇ ਨਾਲ ਕਹਿ ਰਹੇ ਨੇ, ਤਾਂ ਫਿਰ ਇਹਨਾਂ ਰੈਲੀਆਂ ਦੇ ਵਿੱਚ ਜਿਹੜੇ ਲੋਕ ਨੇ ਉਹ ਵੰਡੇ ਜਾਣਗੇ ਤਾਂ ਉਹਦੇ ਨਾਲ ਜਿਹੜਾ ਅੰਦੋਲਨ ਕਮਜ਼ੋਰ ਹੋਵੇਗਾ। ਜੇਕਰ ਅੰਦੋਲਨ ਕੇਵਲ ਔਰ ਕੇਵਲ ਲੋਕਾਂ ਦੇ ਵੰਡਣ ਨਾਲ ਕਮਜ਼ੋਰ ਹੋਣਾ ਹੁੰਦਾ ਤਾਂ ਲਖਵਿੰਦਰ ਮਾਨ ਜੀ ਅੰਦੋਲਨ ਫਿਰ 1 ਸਾਲ ਚੱਲਿਆ ਨਾ ਹੁੰਦਾ। ਅੱਜ ਵੀ ਜਿਹੜੇ ਦਿੱਲੀ 'ਚ ਕਿਸਾਨ ਬੈਠੇ ਨੇ, ਦਿੱਲੀ ਦੇ ਧਰਨਿਆਂ 'ਚ ਬੈਠੇ ਨੇ ਕਿਸਾਨ, ਉਹਨਾਂ 'ਚ ਅੱਧੇ ਕਾਂਗਰਸੀ ਨੇ, ਅੱਧੇ ਅਕਾਲੀ ਨੇ, ਅੱਧੇ ਆਮ ਆਦਮੀ ਪਾਰਟੀ ਨੇ, ਅੱਧੇ ਬਸਪਾ ਦੇ ਨੇ। ਇਹ ਕਿਸਾਨ ਉਦੋਂ ਤੱਕ ਹੀ ਆ ਜਦੋਂ ਤੱਕ ਅੰਬਾਲੇ ਤੋਂ ਪਾਰ ਜਾਂਦੇ ਆ। ਜਦੋਂ ਅੰਬਾਲਾ ਲੰਘ ਕੇ ਪੰਜਾਬ 'ਚ ਸ਼ੰਭੂ ਬੈਰੀਅਰ ਟੱਪ ਕੇ ਰਾਜਪੁਰੇ ਪਹੁੰਚਦੇ ਆ ਫਿਰ ਉਹਨਾਂ ਦੀ ਪੋਜੀਸ਼ਨ ਉਹੀ ਹੋ ਜਾਂਦੀ ਆ, ਅੱਧੇ ਕਾਂਗਰਸੀ ਨੇ ਅੱਧੇ। ਅਣਖੀ ਸਾਹਿਬ ਮੈਂ ਅਗਲਾ ਸਵਾਲ ਤੇ ਆਵਾਂ ਦੂਸਰੇ ਬਿਆਨ ਤੇ ਜੋ ਉਗਰਾਹਾਂ ਜੀ ਵੱਲੋਂ ਆਇਆਗਾ, ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਆਇਆ। ਉਹਨਾਂ ਨੇ ਕਿਹਾ ਵੀ ਅਸੀਂ ਪੰਜਾਬ ਦੇ ਵਿੱਚ ਸਿਰਫ ਔਰ ਸਿਰਫ ਬੀਜੇਪੀ ਦੇ ਜਿੰਨੇ ਵੀ ਰਾਜਨੀਤਿਕ ਕਾਰਜਕ੍ਰਮ ਹੋਣਗੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ, ਅਸੀਂ ਕਾਂਗਰਸ, ਆਮ ਆਦਮੀ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਪ੍ਰੋਗਰਾਮ ਦਾ ਵਿਰੋਧ ਨਹੀਂ ਕਰਾਂਗੇ। ਕੀ ਕਾਰਨ ਹੈ ਵੀ ਇਕੱਲਾ ਬੀਜੇਪੀ ਦਾ ਵਿਰੋਧ ਹੋ ਰਿਹਾ? ਕਿਉਂਕਿ ਜੇਕਰ ਬੀਜੇਪੀ ਦੀ ਸਰਕਾਰ ਜਿਸ ਕਾਰਨ ਕਰਕੇ ਪ੍ਰੋਟੈਸਟ ਚੱਲ ਰਹੇ ਨੇ ਕਾਲੇ ਕਾਨੂੰਨ ਲੈ ਕੇ ਆਈ ਹੈ ਤਾਂ ਉੱਥੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਤਿਲਫੁਲ ਬਿਲਕੁਲ ਵਿੱਚ ਪਿਆ ਜੀ। ਇਹਨਾਂ ਵੱਲੋਂ ਵੀ ਸਹਿਮਤੀ ਦਿੱਤੀ ਗਈ ਸੀ ਕਾਲੇ ਕਾਨੂੰਨਾਂ ਦੇ ਲਈ। ਫਿਰ ਇਹਨਾਂ ਪਾਰਟੀਆਂ ਦਾ ਵਿਰੋਧ ਕਿਉਂ ਨਹੀਂ, ਇਕੱਲਾ ਬੀਜੇਪੀ ਦਾ ਵਿਰੋਧ ਕਿਉਂ ਹੋ ਰਿਹਾ? ਉਗਰਾਹਾਂ ਸਾਹਿਬ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖ ਰਹੇ ਹੋਗੇ? ਹਾਂ, ਮੈਂ ਤੁਹਾਡੇ ਇਸੇ ਬਿਆਨ ਵੱਲ ਆ ਰਿਹਾ ਸੀ। ਸ਼ਾਇਦ ਮੇਰੀ ਆਵਾਜ਼ ਕੁਝ ਤਕਨੀਕੀ ਕਾਰਨਾਂ ਕਰਕੇ ਜਿਹੜੀ ਕੱਟੀ ਗਈ ਸੀ। ਲਖਵਿੰਦਰ ਜੀ, ਮੈਂ ਜਿਹੜੀ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਸਾਂ ਕਿ ਠੀਕ ਹੈ ਕਿ ਉਗਰਾਹਾਂ ਦਾ ਬਿਆਨ ਜਿਹੜਾ ਜੋਗਿੰਦਰ ਸਿੰਘ ਬੜਾ ਵਧੀਆ, ਪਰ ਉਸ ਬਿਆਨ ਦਾ ਜਿਹੜਾ ਅਗਲਾ ਜਿਹੜਾ ਦੂਜਾ ਪੱਖ, ਪਹਿਲਾ ਪੱਖ ਤੇ ਇਹੋ ਹੀ ਆ ਕਿ ਕਿਸਾਨ ਜਥੇਬੰਦੀ ਨੂੰ ਅਦਾਲਤ ਨਹੀਂ ਲੈਣੀ ਚਾਹੀਦੀ, ਕਿਸੇ ਸਿਆਸੀ ਪਾਰਟੀ ਨੂੰ ਸੱਦਣਾ ਨਹੀਂ ਸੀ ਚਾਹੀਦਾ। ਭਾਵ ਕਿ ਸੱਦ ਕੇ ਜਿਹੜੀਆਂ ਸਿਆਸੀ ਜਿਹੜੀਆਂ ਕਿਸਾਨ ਜਥੇਬੰਦੀਆਂ 32 ਜਥੇਬੰਦੀਆਂ ਨੇ ਕੀ ਸਾਬਤ ਕਰਨਾ ਚਾਹੁੰਦੀਆਂ ਨੇ? ਕੀ ਸਮੁੱਚੇ ਪ੍ਰਸ਼ਾਸਨ ਨੂੰ, ਪੂਰੇ ਸਿਸਟਮ ਨੂੰ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੀਆਂ ਨੇ ਜਾਂ ਕੀ ਕਰਨਾ ਚਾਹੁੰਦੇ ਨੇ? ਇੱਥੋਂ ਤੱਕ ਤਾਂ ਜੋਗਿੰਦਰ ਸਿੰਘ ਉਗਰਾਹਾਂ ਦੀ ਜਿਹੜੀ ਸਟੇਟਮੈਂਟ ਆ ਸ਼ਲਾਘਾਯੋਗ ਆ ਪੂਰਨ ਤੌਰ ਤੇ। ਬਿਲਕੁਲ ਇੱਕ ਬੁੱਧੀਜੀਵੀ ਜਾਂ ਇੰਟੈਲੈਕਚੁਅਲ ਵਰਗ ਇਹੋ ਹੀ ਸੋਚਦਾ ਕਿ ਕਿਸਾਨਾਂ ਨੂੰ ਠੀਕ ਆ, ਕਿਸਾਨ ਸੰਘਰਸ਼ ਕਰ ਰਹੇ ਆ, ਜੇਕਰ ਲੋਕਤੰਤਰੀ ਤਰੀਕੇ ਨਾਲ ਤੁਸੀਂ ਬੈਠੇ ਜੀ ਉੱਥੇ ਤਾਂ ਜਿਹੜੇ ਬਾਕੀ ਸਿਆਸੀ ਪਾਰਟੀਆਂ ਇਹਨਾਂ ਨੂੰ ਵੀ ਕਰਨ ਦਿਓ। ਤਾਂ ਬਾਕੀ ਜਿਹੜੇ ਲੋਕ ਤੁਹਾਨੂੰ ਲੱਗਦਾ ਕਿ ਇਹ ਲੋਕ ਵੰਡੇ ਜਾਣਗੇ, ਇਹਦਾ ਮਤਲਬ ਫਿਰ ਇਹ ਸੰਘਰਸ਼ ਦੇ ਵਿੱਚ ਜਿਹੜੇ ਲੋਕ ਨੇ ਫਿਰ ਦਿਲੋਂ ਸ਼ਾਮਲ ਨਹੀਂ ਆ। ਦੂਜਾ ਪੱਖ ਇਹ ਵੀ ਹੈ, ਸ਼ਾਇਦ ਉਹ ਕਿਸੇ ਪਾਰਟੀਆਂ ਦੀ ਸਿਰ ਭੂਮੀ, ਚਲੋ ਇੱਕ ਇਹ ਵਿਸ਼ਾ ਬਹਿਸ ਦਾ ਇੱਕ ਵੱਖਰਾ ਵਿਸ਼ਾ। ਹੁਣ ਜਿਹੜਾ ਦੂਜਾ ਜੋਗਿੰਦਰ ਸਿੰਘ ਰਾਹਾਂ ਦਾ ਦੂਜਾ ਬਿਆਨ ਕਿ ਭਾਜਪਾ ਦਾ ਵਿਰੋਧ,
ਹਾਂ, ਇਹਦੇ ਉੱਤੇ ਸਾਰਿਆਂ ਨੂੰ ਇਤਰਾਜ਼ ਹੋ ਸਕਦਾ ਕਿ ਭਾਜਪਾ ਦਾ ਕਿਉਂ ਇਤਰਾਜ਼, ਭਾਜਪਾ ਦਾ ਕਿਉਂ ਵਿਰੋਧ ਕੀਤਾ ਜਾਵੇ? ਕੀ ਭਾਜਪਾ ਦੇ ਬੰਦੇ ਜਿਹੜੇ ਉਸ ਪਾਰਟੀ ਨਾਲ ਸੰਬੰਧਿਤ ਨੇ, ਕੀ ਉਹ ਦੂਜੇ ਆਕਾਸ਼ ਤੋਂ ਜਾਂ ਦੂਜੀ ਧਰਤੀ ਤੋਂ ਆਏ ਨੇ? ਹੈ ਤਾਂ ਪੰਜਾਬ ਦੇ ਵਾਸੀ। ਵੱਖਰੀ ਗੱਲ ਆ ਕਿ ਜੇਕਰ ਅਨਿਲ ਜੋਸ਼ੀ ਪਹਿਲਾਂ ਭਾਜਪਾ ਦਾ ਸੀ, ਉਦੋਂ ਉਹਦਾ ਵਿਰੋਧ ਹੁੰਦਾ ਸੀ, ਅੱਜ ਉਹ ਸ਼੍ਰੋਮਣੀ ਅਕਾਲੀ ਦਲ 'ਚ ਚਲਾ ਗਿਆ ਤਾਂ ਫਿਰ ਉਹਦਾ ਵਿਰੋਧ ਖਤਮ ਹੋ ਗਿਆ। ਇਸ ਦਾ ਕੀ ਮਾਪਦੰਡ ਆ? ਕੋਈ ਸ਼ਰਮ ਚਾਹੀਦੀ ਇਹੋ ਜਿਹੇ ਮੁੱਦਿਆਂ ਨੂੰ ਫਲੇਅਰ ਅਪ ਕਰਨ ਵਾਸਤੇ ਕਿ ਜੇਕਰ ਇੱਕ ਆਦਮੀ ਭਾਜਪਾ 'ਚ ਉਦੋਂ ਉਹਦਾ ਵਿਰੋਧ ਆ, ਜੇ ਉਹ ਸ਼੍ਰੋਮਣੀ ਅਕਾਲੀ ਦਲ 'ਚ ਆ ਗਿਆ ਉਹ ਦੁੱਧ ਨਾਤਾ ਹੋ ਗਿਆ, ਜਾਂ ਉਹ ਕਾਂਗਰਸ 'ਚ ਚਲਾ ਕੇ ਦੁੱਧ ਨਾਤਾ ਹੋ ਗਿਆ। ਕੀ ਭਾਜਪਾ ਨਾਮ ਜਿਹੜਾ ਉਹ ਇੱਕ ਛੂਤਛਾਤ ਦਾ ਨਾਮ ਆ? ਠੀਕ ਆ, ਭਾਜਪਾ ਦੇ ਜਿਹੜੇ ਵੱਡੇ ਬੰਦੇ ਨੇ ਉਹਨਾਂ ਨੇ ਇਸ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ, ਉਹਨਾਂ ਦਾ ਵਿਰੋਧ ਕਰਨਾ ਬਣਦਾ। ਪਰ ਜੇਕਰ ਵਿਰੋਧ ਕਰਨਾ ਵਿਅਕਤੀ ਪੱਧਰ ਤੇ ਕਰਨਾ ਕਿ ਵਿਚਾਰਧਾਰਾ ਪੱਧਰ ਤੇ ਕਰਨਾ, ਪ੍ਰਸ਼ਨ ਜਿਹੜਾ ਉਹ ਇਹ ਆ। ਭਾਜਪਾ ਦੀ ਵਿਚਾਰਧਾਰਾ ਮਾੜੀ ਹੋ ਸਕਦੀ ਹੈ, ਠੀਕ ਆ, ਉਹਦੀ ਭਾਜਪਾ ਦਾ ਵਿਰੋਧ ਕਰਨਾ ਚਾਹੀਦਾ। ਤੇ ਜਿਹੜੇ ਸਾਲ ਤੋਂ ਇੱਕ ਸਾਲ ਤੇ ਉੱਥੇ ਕਿਸਾਨ ਬੈਠੇ ਨੇ, ਉਹ ਜਿਹੜਾ ਵਿਰੋਧ ਆ ਉਹ ਵਿਅਕਤੀ ਵਿਰੋਧ ਨਹੀਂ ਹੋਣਾ ਚਾਹੀਦਾ, ਵਿਚਾਰਧਾਰਕ ਪੱਧਰ ਤੇ ਸਿਧਾਂਤਕ ਪੱਧਰ ਤੇ ਵਿਰੋਧ ਹੋਣਾ ਚਾਹੀਦਾ। ਪਰ ਕਿਸਾਨ ਜਥੇਬੰਦੀਆਂ ਵਿਅਕਤੀ ਵਿਰੋਧ ਦੇ ਪੱਧਰ ਤੇ ਚੱਲਦੀਆਂ ਪਈਆਂ ਨੇ। ਹੁਣ ਠੀਕ ਆ, ਅਨਿਲ ਜੋਸ਼ੀ ਜਿੰਨਾ ਚਿਰ ਤੱਕ ਭਾਜਪਾ 'ਚ ਰਿਹਾ ਉਸ ਦਾ ਵਿਰੋਧ ਹੁੰਦਾ ਰਿਹਾ, ਉਹਨੇ ਛੱਡ ਕੇ ਅਕਾਲੀ ਦਲ 'ਚ ਆ ਗਿਆ ਤੇ ਉਸ ਦਾ ਵਿਰੋਧ ਖਤਮ ਹੋ ਗਿਆ। ਜੇਕਰ ਉਹਦੇ ਮਨ ਦੀ ਅੰਦਰਲੀ ਜਿਹੜੀ ਪ੍ਰਸਥਿਤੀ ਆ, ਕਿਸੇ ਨੇ ਉਹਨੂੰ ਪੜ੍ਹਨ ਦਾ ਯਤਨ ਕੀਤਾ, ਕੀ ਉਹਦੇ ਮਨ 'ਚ ਅਜੇ ਵੀ ਭਾਜਪਾ ਦੇ ਪ੍ਰਤੀ ਪਿਆਰ, ਫਿਰ ਕੀ ਕਰੋਗੇ? ਕੀ ਇੱਕ ਬੰਦਾ ਕੋਈ ਵਿਅਕਤੀ ਜਿਹੜਾ ਅਕਾਲੀ ਦਲ ਨੂੰ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਜਾਂਦਾ, ਕੱਲ ਨੂੰ ਫਿਰ ਉਹਦਾ ਵਿਰੋਧ ਹੋ ਜਾਏਗਾ ਕਿ ਉਹ ਭਾਜਪਾ 'ਚ? ਹਾਂ, ਵਿਚਾਰਧਾਰਕ ਪੱਧਰ ਤੇ ਵਿਰੋਧ ਕਰਨਾ ਜ਼ਰੂਰੀ ਆ, ਪਰ ਉਹਨਾਂ ਬੰਦਿਆਂ ਦਾ ਕੋਈ ਐਮਐਲਏ ਜਾਂ ਜਿਹੜਾ ਉਹਨਾਂ ਦੇ ਕੱਪੜੇ ਪਾੜ ਦੋ, ਏਦਾਂ ਕਰ ਦੋ, ਉਹ ਕਰ ਦੋ, ਇਹ ਕਰ ਦੋ, ਇਹ ਕਿੱਥੋਂ ਤੱਕ ਜਾਇਜ਼ ਹੈਗਾ? ਕਿਸਾਨ ਜਥੇਬੰਦੀਆਂ ਨੂੰ ਕੋਈ ਵੀ ਮੈਸੇਜ ਦੇਣ ਤੋਂ ਪਹਿਲਾਂ, ਚਾਹੇ ਜੋਗਿੰਦਰ ਸਿੰਘ ਅਗਰਾਹਾਂ ਦਾ ਗਰੁੱਪ ਆ ਤੇ ਚਾਹੇ ਬਾਕੀ 32 ਜਥੇਬੰਦੀਆਂ ਨੇ, ਉਹਨਾਂ ਨੂੰ ਇਹਦੇ ਸੰਬੰਧੀ ਸੋਚਣਾ ਜ਼ਰੂਰ ਚਾਹੀਦਾ। ਹੁਣ ਮੈਂ ਇਹਦੇ ਨਾਲ ਹੀ ਸੰਬੰਧਿਤ ਕਰਦਾ, ਜੋਗਿੰਦਰ ਸਿੰਘ ਅਗਰਾਹਾਂ ਕਹਿੰਦਾ ਭਾਜਪਾ ਦਾ ਵਿਰੋਧ ਹੀ ਕਰਨਾ, ਫਿਰ ਬਾਕੀ ਜਥੇਬੰਦੀਆਂ ਦਾ ਕਿਉਂ ਨਹੀਂ ਕਰਨਾ? ਉਹਨਾਂ ਦਾ ਵੀ ਕਰੋ। ਫਿਰ 32 ਜਥੇਬੰਦੀਆਂ ਵੀ ਆਪਣੇ ਪਾਸੇ ਠੀਕ ਨੇ। ਤਾਂ ਇਹਦੇ ਵਿੱਚ ਇੱਕ ਕਰੈਕਟਰ ਹੋਰ ਹੈਗਾ, ਗੁਰਨਾਮ ਸਿੰਘ ਚੂੰਡਨੀ, ਤੇ ਉਹ ਕਹਿੰਦਾ ਕਿ ਸਾਰਿਆਂ ਦਾ ਵਿਰੋਧ ਕਰੋ। ਉਸ ਬੰਦੇ ਦੇ ਜਦੋਂ ਤੁਸੀਂ ਦਲੀਲ ਸੁਣਦੇ ਜੇ, ਉਹਦਾ ਤਰਕ ਸੁਣਦੇ ਜੇ, ਉਹਦਾ ਤਰਕ ਪੂਰਨ ਤੌਰ ਤੇ ਕਿਸਾਨ ਹਤੈਸ਼ੀ ਆ, ਪਰ ਉਹਦੇ ਜਿਹੜੇ ਤਰਕ ਨੇ ਨਾ ਸੰਯੁਕਤ ਕਿਸਾਨ ਮੋਰਚੇ ਨੂੰ ਚੰਗੇ ਲੱਗਦੇ ਨੇ, ਨਾ ਰਾਕੇਸ਼ ਟਕੈਤ ਨੂੰ ਚੰਗੇ ਲੱਗਦੇ ਨੇ, ਤੇ ਨਾ ਜੋਗਿੰਦਰ ਸਿੰਘ ਅਗਰਾਹਾਂ ਨੂੰ ਚੰਗੇ ਲੱਗਦੇ ਆ। ਪਰ ਹਰਿਆਣੇ ਦੇ ਵਿੱਚ ਗੁਰਨਾਮ ਸਿੰਘ ਚੂੰਡਨੀ ਦੀ ਤੂਤੀ ਬੋਲਦੀ ਆ। ਹੁਣ ਕਰਨਾਲ ਦੇ ਵਿੱਚ ਜੇਕਰ ਉਸ ਕਰਨਾਲ ਦਾ ਜੇ ਮੋਰਚਾ ਸਫਲ ਹੋਇਆ ਤਾਂ ਉਹਦੇ ਪਿੱਛੇ ਮੇਰਾ ਖਿਆਲ ਆ ਸਿਰਫ ਔਰ ਸਿਰਫ ਉਸਦਾ ਜਿਹੜਾ ਕ੍ਰੈਡਿਟ ਆ ਉਹ ਗੁਰਨਾਮ ਸਿੰਘ ਚੂੰਡਨੀ ਨੂੰ ਜਾਂਦਾ ਕਿ ਅਗਲੇ ਨੇ ਠੋਕ ਕੇ ਗੱਲ ਕੀਤੀ, ਉਹਨੇ ਪੋਲਿਟਿਕਸ ਨਹੀਂ ਕੀਤੀ, ਨਾ ਉਹਨੇ ਇਹ ਕੀਤਾ, ਨਾ ਮੈਂ ਕੀਤਾ। ਜਿਹੜਾ ਕਲੀਅਰ ਗੱਲ ਸੀ ਉਹਨੇ ਸਾਰਿਆਂ ਦੇ ਸਾਹਮਣੇ ਰੱਖੀ। ਸੋ ਕਹਿਣ ਦਾ ਅਰਥ ਆ ਲਖਵਿੰਦਰ ਜੀ, ਕਿਸਾਨ ਸੰਘਰਸ਼ ਮੋਰਚੇ ਨੂੰ ਇਹ ਅੰਦੋਲਨ ਜਿੱਤਣਾ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਦੀ ਰੋਟੀ ਔਰ ਰੋਜ਼ੀ ਦਾ ਇੰਤਜ਼ਾਮ ਕਰਦਾ ਤਾਂ ਫਿਰ ਇਹ ਸੰਘਰਸ਼ ਜ਼ਰੂਰੀ, ਇਸ ਸੰਘਰਸ਼ ਦੀ ਸਫਲਤਾ ਜ਼ਰੂਰੀ, ਇਸ ਅੰਦੋਲਨ ਦੀ, ਇਸ ਮੋਰਚੇ ਦੀ ਸਫਲਤਾ ਜ਼ਰੂਰੀ ਆ। ਪਰ ਇਹ ਸਫਲਤਾ ਏਦਾਂ ਨਹੀਂ ਹੋਣੀ ਕਿ ਜੋਗਿੰਦਰ ਸਿੰਘ ਅਗਰਾਹਾਂ ਕੁਝ ਬੋਲੇ, ਰਾਜੇਵਾਲ ਕੁਝ ਬੋਲੇ, ਡਾਕਟਰ ਦਰਸ਼ਨਪਾਲ ਕੁਝ ਬੋਲੇ, ਡੱਲੇਵਾਲ ਕੁਝ ਬੋਲੇ, ਹਰਮੀਤ ਕਾਦੀਆਂ ਕੁਝ ਬੋਲੇ। ਏਦਾਂ ਨਹੀਂ ਗੱਡੀ ਚੱਲਣੀ। ਇੱਕ ਨਾ ਇੱਕ ਫਰੰਟ ਤੇ ਆਉਣਾ ਪਏਗਾ। ਇਹ ਨਹੀਂ ਹੈਗਾ ਕਿ ਜਿਹੜਾ ਕੈਪਟਨ ਸਾਹਿਬ ਨੂੰ ਜਿਹੜੇ ਗਰੁੱਪ ਪਸੰਦ ਨੇ ਉਹ ਕੈਪਟਨ ਸਾਹਿਬ ਨੂੰ ਕਹਿ ਦਿੰਦੇ ਕਿ ਕੋਈ ਨਹੀਂ, ਤੁਸੀਂ ਸਮਾਜਿਕ ਗਤੀਵਿਧੀਆਂ ਦੇ ਰੂਪ 'ਚ ਕਾਰਵਾਈਆਂ ਗਤੀਵਿਧੀਆਂ ਕਰ ਸਕਦੇ ਜੇ। ਅਕਾਲੀ ਦਲ ਨੂੰ ਕਹਿ ਦੇਣ ਕਿ ਤੁਸੀਂ ਨਹੀਂ ਕਰਨਾ, ਅਕਾਲੀ ਦਲ ਚੁੱਪ ਕਰਕੇ ਘਰ ਬਹਿ ਜੇ, ਆਮ ਆਦਮੀ ਪਾਰਟੀ ਇਤਰਾਜ਼ ਪ੍ਰਗਟ ਕਰੇ। ਇਹ ਕੀ ਹੋ ਰਿਹਾ? ਇਹ ਤੇ ਇਸ ਤਰ੍ਹਾਂ ਲੱਗਦਾ ਕਿ 2022 ਦੀਆਂ ਚੋਣਾਂ ਵਾਸਤੇ ਕਿਸਾਨ ਸੰਘਰਸ਼ ਕਮੇਟੀਆਂ ਜਿਹੜੀਆਂ ਨੇ ਆਪਣੇ ਆਪ ਨੂੰ ਇੱਕ ਜਥੇਬੰਦਕ ਰੂਪ 'ਚ ਤਿਆਰ ਕਰ ਰਹੀਆਂ ਨੇ। ਪਰ ਘੱਟੋ ਘੱਟ ਜੇਕਰ ਉਹ ਲੋਕ ਤੁਰੇ ਨੇ, ਮੈਨੂੰ ਇੱਕ ਗੱਲ ਦਾ ਹੋਰ ਇਤਰਾਜ਼ ਹੈਗਾ, ਜਦੋਂ ਇਹ ਮੀਟਿੰਗ ਹੋਈ 32 ਕਿਸਾਨ ਕਮੇਟੀਆਂ, 32 ਕਿਸਾਨ ਸੰਘਰਸ਼ ਕਮੇਟੀਆਂ ਆਈਆਂ, ਉਹਨਾਂ ਦੇ ਵਿੱਚ ਇੱਕ ਵੀ ਮਜ਼ਦੂਰ ਜਥੇਬੰਦੀ ਕੋਈ ਆਈ? ਮਜ਼ਦੂਰਾਂ ਦਾ ਬੰਦਾ ਆਇਆ? ਹਾਲਾਂਕਿ ਮਜ਼ਦੂਰ ਇੱਕ ਸਾਲ ਤੋਂ ਹੀ ਉਹਨਾਂ ਨਾਲ ਬੈਠੇ ਆ, ਵਿਤਕਰਾ ਤਾਂ ਪਹਿਲੇ ਦਿਨ ਤੋਂ ਹੀ ਹੋ ਰਿਹਾ। ਚਲੋ ਇਹਦੇ ਸੰਬੰਧੀ ਜੇਕਰ ਵਿਸ਼ਲੇਸ਼ਣ ਕਰੀਏ ਤਾਂ ਹਰ ਬੰਦਾ ਬਹੁਤ ਵਧੀਆ ਵਿਸ਼ਲੇਸ਼ਣ ਦੇ ਸਕਦਾ। ਬੜੇ ਬੜੇ ਸਿਆਣੇ ਬੰਦੇ ਇਹਨਾਂ ਜਥੇਬੰਦੀਆਂ ਦੇ ਆਗੂਆਂ 'ਚ ਰੂਪ 'ਚ ਮੌਜੂਦ ਨੇ, ਜਿਨ੍ਹਾਂ ਦੇ ਵਿੱਚ ਤੁਸੀਂ ਰਾਜੇਵਾਲ ਸਾਹਿਬ ਨੇ, ਉਗਰਾਹਾਂ ਸਾਹਿਬ ਨੇ, ਡਾਕਟਰ ਦਰਸ਼ਨਪਾਲ ਨੇ, ਡੱਲਾ ਸਾਹਿਬ ਨੇ, ਮੈਂ ਜਿਹੜੇ ਨਾਮ ਲਏ ਨੇ। ਪਰ ਘੱਟੋ ਘੱਟ ਇਸ ਸੰਘਰਸ਼ ਮੋਰਚੇ ਦੀ ਸਫਲਤਾ ਵਾਸਤੇ ਜ਼ਰੂਰੀ ਆ ਨੇਕ ਤੇ ਨੀਤ ਸਾਫ਼ ਹੋਣੀ ਚਾਹੀਦੀ ਹੈ। ਜੇਕਰ ਵਿਰੋਧ ਭਾਜਪਾ ਦਾ ਹੋਣਾ ਚਾਹੀਦਾ ਤਾਂ ਫਿਰ ਦੂਜੇ ਪਾਸੇ ਕਾਂਗਰਸ ਦੇ ਮੁੱਖ ਮੰਤਰੀ ਦਾ ਵੀ ਹੋਣਾ ਚਾਹੀਦਾ, ਫਿਰ ਪ੍ਰਤਾਪ ਸਿੰਘ ਬਾਜਵਾ ਦਾ ਵੀ ਹੋਣਾ ਚਾਹੀਦਾ। ਸ਼ਾਇਦ ਸਾਡੇ ਇਹ ਪ੍ਰੋਗਰਾਮ ਦਾ ਹੀ ਸਿੱਟਾ ਆਪਣੇ ਦਰਸ਼ਕਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਕੱਲ ਬਾਜਵਾ ਬਰਤਰ ਵੱਲੋਂ ਆਪਣੇ ਹਲਕੇ 'ਚ ਰੈਲੀ ਕੀਤੀਆਂ ਗਈਆਂ ਤਾਂ ਸਭ ਤੋਂ ਪਹਿਲਾ ਮੁੱਦਾ ਜਿਹੜਾ ਸੀ
ਸਾਡੇ ਲੋਕਨਾਥ ਚੈਨਲ ਨੇ ਜਿਹੜਾ ਉਠਾਇਆ, ਤੇ ਸ਼ਾਇਦ ਇਹ ਲੋਕਨਾਥ ਚੈਨਲ ਦੀ ਸਫਲਤਾ ਹੀ ਆ ਕਿ ਅੱਜ ਪ੍ਰਤਾਪ ਸਿੰਘ ਬਾਜਵੇ ਵੱਲੋਂ ਜਿਹੜੀਆਂ ਆਪਣੀਆਂ ਬਟਾਲੇ ਦੇ ਵਿੱਚ ਸਮਾਜਿਕ ਕਥਿਤ ਤੌਰ ਤੇ ਕੌਮੀਆਂ ਦੇ ਵਿੱਚ ਸਮਾਜਿਕ ਤੇ ਰਾਜਨੀਤਿਕ ਗਤੀਵਿਧੀਆਂ ਬੰਦ ਕਰ ਦਿੱਤੀਆਂ ਗਈਆਂ ਨੇ, ਪੋਸਟਪੋਨ ਕਰ ਦਿੱਤੀਆਂ ਗਈਆਂ ਨੇ। ਤਾਂ ਜ਼ਰੂਰੀ ਆ ਕਿ ਅਸੀਂ ਆਪਣੇ ਲੋਕਾਂ ਨੂੰ ਸਮੇਂ-ਸਮੇਂ ਤੇ ਸੁਚੇਤ ਕਰਦੇ ਰਹੀਏ। ਵਿਰੋਧ ਕਰੋ, ਹਰ ਪਾਰਟੀ ਦਾ ਵਿਰੋਧ ਕਰੋ ਜਿਹੜੀ ਕਿਸਾਨਾਂ ਦੇ ਖਿਲਾਫ ਜਾਂਦੀ ਆ, ਪਰ ਉਹਦੇ ਵਿੱਚ ਡਿਫਰੈਂਸ਼ੀਏਟ ਨਹੀਂ ਹੋਣਾ ਚਾਹੀਦਾ, ਉਹ 'ਚ ਵਿਤਕਰਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਕਿਸੇ ਨੂੰ ਢਿੱਲ ਜਿਹੜੀ ਆ ਉਹ ਨਹੀਂ ਦਿੱਤੀ ਜਾਣੀ ਚਾਹੀਦੀ, ਕਿਸੇ ਨੂੰ ਖੁੱਲ ਨਹੀਂ ਦਿੱਤੀ ਜਾਣੀ, ਕਿਸੇ ਤੇ ਬੰਦਸ਼ਾਂ ਨਹੀਂ ਲੱਗਣੀ ਜਾਣੀ ਚਾਹੀਦੀ ਜੀ। ਅਣਖੀ ਸਾਹਿਬ, ਹੁਣ ਇਹਨਾਂ ਬਿਆਨਾਂ ਤੋਂ ਬਾਅਦ ਇੱਕ ਉਸ ਬਿਆਨ ਦੀ ਗੱਲ ਕਰ ਲਈਏ, ਆਪਾਂ ਉਸ ਬਿਆਨ ਤੇ ਸਵਾਲ ਲੈ ਲਈਏ। ਜਿਹੜੇ ਬਿਆਨ ਦੀ ਚਰਚਾ ਹੁਣ ਅੱਜ ਦੀ ਘੜੀ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ। ਮੈਂ ਗੱਲ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਦੇ ਉਸ ਬਿਆਨ ਦੀ, ਜਾਂ ਇਹ ਕਹਿ ਲਈਏ ਕਿ ਉਹਨਾਂ ਦੇ ਦਰਦ ਦੀ, ਉਹਨਾਂ ਦੀ ਟੀਸ ਦੀ, ਕਿਉਂਕਿ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਜੋ ਸ਼੍ਰੋਮਣੀ ਅਕਾਲੀ ਦਲ ਦਾ ਗਠਬੰਧਨ ਸੀ ਬੀਜੇਪੀ ਦੇ ਨਾਲ, ਉਹ ਟੁੱਟਿਆ ਤਾਂ ਸਿਰਫ ਔਰ ਸਿਰਫ ਮੋਦੀ ਦੀਆਂ ਨੀਤੀਆਂ ਕਾਰਨ ਤੇ ਮੋਦੀ ਦੇ ਕਾਰਨ। ਤੁਸੀਂ ਇਸ ਬਿਆਨ ਨੂੰ ਕਿਵੇਂ ਦੇਖ ਰਹੇ ਹੋ? ਬਿਲਕੁਲ ਜੀ, ਬਿਲਕੁਲ। ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਜਿਹੜਾ ਬਿਆਨ ਆ ਉਹ ਬੜਾ ਮਹੱਤਵਪੂਰਨ ਅੱਜ ਦੀ ਤਰੀਕ ਦੇ ਵਿੱਚ। ਤਾਂ ਮੈਨੂੰ ਵੈਸੇ ਉਹ ਸ਼ੇਰ ਸਵੇਰ ਦਾ ਜਦੋਂ ਮੈਂ ਬਿਆਨ ਪੜ੍ਹਿਆ ਜਾਂ ਸੁਣਿਆ ਤਾਂ ਕਤੀਲ ਸ਼ਫਾਈ ਦੀ ਉਹ ਗਜ਼ਲ ਦਾ ਸ਼ੇਰ ਮੈਨੂੰ ਬੜਾ ਯਾਦ ਆਇਆ। सदमा तो है मुझे भी कि तुमसे जुदा हूं मैं, लेकिन सोचता हूं अब तुम्हारा क्या हूं मैं, है ले मेरे तजर्बों से सबक है मेरे रकीब, फिर भी उम्र में 2-4 साल बड़ा हूं मैं। ये ਜਿਹੜਾ ਸ਼ੇਰ ਦੇ ਮਤਲਬ ਗਜ਼ਲ ਤਾਂ ਪੂਰੀ ਆ, ਦੋ ਸ਼ੇਰ ਜਿਹੜੇ ਨੇ ਇਹ ਬਾਦਲ ਸਾਹਿਬ ਵੱਲੋਂ ਮੈਂ ਨਰਿੰਦਰ ਮੋਦੀ ਨੂੰ ਸਮਰਪਿਤ ਕਰਦਾ ਕਿ ਇਹਨਾਂ ਦੋ ਸ਼ੇਰਾਂ ਦੇ ਵਿੱਚ ਹੀ ਬਾਦਲ ਸਾਹਿਬ ਦੀ ਜਿਹੜੀ ਅੰਦਰਲੀ ਪੀੜ ਆ ਉਹ ਸਾਹਮਣੇ ਆ ਗਈ ਕਿ ਸਦਮਾ ਤੋਂ ਹੈ ਮੁਝੇ ਵੀ ਤੁਮਸੇ ਜੁਦਾ ਹੂੰ ਮੈਂ। ਸਦਮਾ ਕਾਹਦਾ ਕਿ ਗੱਠ ਚੋਂ ਟੁੱਟ ਗਿਆ, ਮਨ ਚ ਦੁੱਖ ਆ, ਟੀਸ ਆ, ਪੀੜ ਆ। ਪੀੜ ਗੱਠ ਚੋਂ ਟੁੱਟਣ ਦੀ ਨਹੀਂ, ਆਪਣੇ ਲਖਵਿੰਦਰ ਜੀ ਪੀੜ ਤਾਂ ਫਿਰ ਇਹੋ ਹੀ ਆ ਕਿ ਘਰ ਚੋਂ ਕੁਰਸੀ ਚਲੀ ਗਈ ਐਨਡੀਏ ਦੇ ਵਿੱਚ। ਬਿਲਕੁਲ, ਕਿਉਂਕਿ ਰਾਜਨੀਤਿਕ ਤੌਰ ਤੇ ਬਹੁਤ ਵੱਡਾ ਘਾਟਾ ਪੈਗਾ ਸ਼੍ਰੋਮਣੀ ਅਕਾਲੀ ਦਲ ਨੂੰ। ਇਹ ਮੰਨਣ ਜਾਂ ਨਾ ਮੰਨਣ ਬਾਅਦ ਦੀ ਗੱਲ ਹੈ। ਜੋ ਬੀਜੇਪੀ ਦੇ ਨਾਲ ਇਹਨਾਂ ਦੇ ਗੱਠਜੋੜ ਦੇ ਵਿੱਚ ਮਜ਼ਬੂਤੀ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ, ਮੈਨੂੰ ਨਹੀਂ ਲੱਗਦਾ ਕਿ ਬੀਐਸਪੀ ਦੇ ਨਾਲ ਜੁੜਨ ਦੇ ਨਾਲ ਉਸ ਤਰ੍ਹਾਂ ਹੀ ਮਜ਼ਬੂਤੀ ਮਿਲ ਜੇਗੀ। ਤੁਸੀਂ ਕਿਵੇਂ ਦੇਖ ਰਹੇ ਹੋ, ਤੇ ਖਾਸ ਤੌਰ ਤੇ ਉਸ ਬਿਆਨ ਨੂੰ ਜਾਂ ਉਸ ਅਫਸੋਸ ਨੂੰ ਜੋ ਬਾਦਲ ਜੀ ਨੇ ਲੋਕਾਂ ਸਾਹਮਣੇ ਰੱਖਿਆ? ਦੇਖੋ, ਅਫਸੋਸ ਤਾਂ ਹੋਵੇ ਨਾ ਜੇਕਰ ਪਾਰਟੀ ਨੂੰ ਪਿਆ ਹੋਵੇ। ਪਾਰਟੀ ਤਾਂ ਹੈ ਹੀ ਨਹੀਂ। ਪਾਰਟੀ ਦਾ ਜੇਕਰ ਪ੍ਰਕਾਸ਼ ਸਿੰਘ ਬਾਦਲ ਤਾਂ ਸਮਝੋ ਸ਼੍ਰੋਮਣੀ ਅਕਾਲੀ ਦਲ, ਜੇ ਸੁਖਬੀਰ ਸਿੰਘ ਬਾਦਲ ਤਾਂ ਸਮਝੋ ਸ਼੍ਰੋਮਣੀ ਅਕਾਲੀ ਦਲ, ਜੇ ਉਹ ਨਹੀਂ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਹੈ ਹੀ ਨਹੀਂ। ਤਾਂ ਇਹ ਤਾਂ ਪਹਿਲਾਂ ਤਾਂ ਇਹ ਗੱਲ ਕਰੋ, ਘਾਟਾ ਜਿਹੜਾ ਸੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦੇਣ ਦੇ ਨਾਲ ਉਹ ਤਾਂ ਨਿੱਜੀ ਪੱਧਰ ਤੇ ਜਿਹੜਾ ਉਹਨਾਂ ਨੂੰ ਪਿਆ, ਤਾਂ ਉਹਦੀ ਟੀਸ ਜਿਹੜੀ ਆ ਮਨ ਚੋਂ ਗਈ ਨਹੀਂ। ਔਰ ਦੂਸਰੇ ਪਾਸੇ ਇਹ ਕਾਰਨ ਇਹ ਹੋਇਆ ਕਿ ਭਾਰਤੀ ਜਨਤਾ ਪਾਰਟੀ ਨੇ, ਮੈਂ ਹੁਣ ਭਾਰਤੀ ਜਨਤਾ ਪਾਰਟੀ ਦਾ ਨਾਮ ਨਹੀਂ ਲੈਂਦਾ, ਐਨਡੀਏ ਦੀ ਗੱਲ ਕਰਾਂ ਕਿ ਐਨਡੀਏ ਨੇ ਜਦੋਂ ਇਹ ਕਾਲੇ ਜਿਹੜੇ ਕਾਨੂੰਨ ਜਿਹੜੇ ਕਿਸਾਨਾਂ ਦੇ ਸੰਦਰਭ ਚ ਪਾਸ ਕੀਤੇ ਤਾਂ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਐਨਡੀਏ ਦਾ ਇੱਕ ਹਿੱਸਾ ਸੀ। ਤਾਂ ਅਹਿਮ ਤੌਰ ਤੇ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ। ਹੁਣ ਬੀਬੀ ਹਰਸਿਮਰਤ ਕੌਰ ਬਾਦਲ ਕਹਿੰਦੇ ਨੇ ਮੈਂ ਜੇ ਕਿਤੇ ਸਾਈਨ ਨਹੀਂ ਕੀਤੇ, ਚਲੋ ਠੀਕ ਹੈ, ਨਹੀਂ ਕੀਤੇ ਹੋਣਗੇ, ਪਰ ਜਦੋਂ ਵੱਡੇ ਬਾਦਲ ਸਾਹਿਬ ਦੀ ਸਟੇਟਮੈਂਟ ਤੁਸੀਂ ਦਿਖਾਈ ਜਾਂ ਕੀ ਕੁਝ ਕਰਾਇਆ ਤੇ ਕੀ ਕੁਝ ਤੁਹਾਡੇ ਵੱਲੋਂ ਉਹਨਾਂ ਕਾਲੇ ਕਾਨੂੰਨਾਂ ਦੇ ਹੱਕ ਦੇ ਵਿੱਚ ਨਹੀਂ ਕੀਤਾ ਗਿਆ, ਤਾਂ ਤੁਸੀਂ ਕੀ ਨਹੀਂ ਕੀਤਾ, ਸਾਰਾ ਕੁਝ ਕੀਤਾ, ਤਾਂ ਫਿਰ ਜਦੋਂ ਲੋਕਾਂ ਦਾ ਦਬਾਅ ਤੁਹਾਡੇ ਤੇ ਪਿਆ ਤਾਂ ਫਿਰ ਤੁਹਾਨੂੰ ਯੂ ਟਰਨ ਲੈਣਾ ਪਿਆ। ਤਾਂ ਉਹ ਯੂ ਟਰਨ ਲਿਆ, ਤਾਂ ਉਸੇ ਯੂ ਟਰਨ ਦੇ ਵਿੱਚ ਹੀ ਤੁਹਾਨੂੰ ਜਿਹੜੀ ਇੱਕ ਕੁਰਸੀ ਛੱਡਣੀ ਪਈ। ਉਹਦੀ ਟੀਸ ਜਿਹੜੀ ਆ ਉਹ ਬਾਦਲ ਸਾਹਿਬ ਦੇ ਮਨ ਦੇ ਵਿੱਚ ਅੱਜ ਜਿਹੜੀ ਇਸ ਬਿਆਨ ਦੇ ਰੂਪ ਚ ਸਾਹਮਣੇ ਹੈ, ਤੇ ਜਿਹਦੇ ਵਿੱਚ ਉਹਨਾਂ ਨੇ ਸਿੱਧਾ ਇਹ ਦੋਸ਼ ਜਿਹੜਾ ਦੋਸ਼ੀ ਆ ਉਹ ਨਰਿੰਦਰ ਮੋਦੀ ਨੂੰ ਠਹਿਰਾਇਆ ਕਿ ਨਰਿੰਦਰ ਮੋਦੀ ਦੇ ਕਰਕੇ, ਉਹਦੇ ਅੜੀਅਲ ਰਵੱਈਏ ਦੇ ਕਰਕੇ ਇਹ ਜਿਹੜਾ ਗੱਠ ਚੋਂ ਟੁੱਟਾ, ਕਿਉਂਕਿ ਕਿਸਾਨਾਂ ਦੇ ਹੱਕ ਦੇ ਵਿੱਚ ਕਾਲੇ ਕਾਨੂੰਨ ਜਿਹੜੇ ਪਾਸ ਹੋਏ। ਇਸ ਤੋਂ ਇਲਾਵਾ ਬਾਦਲ ਸਾਹਿਬ ਨੇ ਹੋਰ ਵੀ ਬੜਾ ਆਪਣੀ ਉਮਰ ਦੀ, ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ ਆਪਣੇ ਲੈ ਮੇਰੇ ਤਜਰਬੋਂ ਸੇ ਸਬਕ ਹੈ ਮੇਰੇ ਰਕੀਬ, ਉਹਨਾਂ ਦਾ ਜਿਵੇਂ 90 ਸਾਲ ਦਾ ਜਾਂ 95 ਸਾਲ ਦਾ ਤਜਰਬਾ, ਉਹ ਕਹਿ ਰਹੇ ਨੇ ਕਿ ਤੈਨੂੰ ਇਸ ਤਰ੍ਹਾਂ ਨਹੀਂ ਇਹਦਾ ਕਰਨਾ ਚਾਹੀਦਾ ਸੀ। ਕਿਵੇਂ ਜਿਸ ਤਰ੍ਹਾਂ ਅਰੁਣ ਜੇਤਲੀ ਦੀ ਡੈਥ ਤੋਂ ਬਾਅਦ ਉਹਨਾਂ ਦੀ ਵਾਈਫ ਨੂੰ ਤੁਹਾਨੂੰ ਰਾਜ ਸਭਾ ਦਾ ਮੈਂਬਰ ਬਣਾਉਣਾ ਚਾਹੀਦਾ ਸੀ। ਇਹਦੇ ਨਾਲ ਹੀ ਨਾਲ ਅਡਵਾਨੀ ਸਾਹਿਬ ਨੂੰ LK ਅਡਵਾਨੀ ਜਿਹੜੀ ਭਾਜਪਾ ਦੀ ਪਛਾਣ ਸਨ, ਭਾਜਪਾ ਨੂੰ ਖੜੇ ਕਰਨ ਵਾਲੇ ਸਨ, ਉਹਨਾਂ ਨੂੰ ਕੀ ਚਾਹੀਦਾ ਸੀ ਕਿ ਉਹ ਰਾਸ਼ਟਰਪਤੀ ਉਹਨਾਂ ਨੂੰ ਬਣਾਇਆ ਜਾਂਦਾ, ਇਹ ਵੀ ਉਹਨਾਂ ਨੇ ਏਦਾਂ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਅਟਲ ਬਿਹਾਰੀ ਵਾਜਪੇਈ ਦੀ ਸਿਫਤ ਕੀਤੀ ਹੈ, ਇੰਦਰ ਕੁਮਾਰ ਗੁਜਰਾਲ ਦੀ ਕੀਤੀ ਹੈ। ਪਰ ਇਹ ਹੁਣ ਜੋ ਵੀ ਕੁਝ ਹੋ ਰਿਹਾ ਔਰ ਸਿੱਧੇ ਤੇ ਸਿੱਧੇ ਟਾਰਗੇਟ ਉਹਨਾਂ ਨੇ ਨਰਿੰਦਰ ਮੋਦੀ ਨੂੰ ਕੀਤਾ। ਔਰ ਲਖਵਿੰਦਰ ਜੀ, ਮੈਨੂੰ ਉਹ ਵੀ ਦਿਨ ਚੇਤੇ ਆਉਂਦਾ ਕਿ ਬਾਦਲ ਸਾਹਿਬ 13 ਅਪ੍ਰੈਲ ਉਦੋਂ ਕੋਈ ਸੀ ਡੇਟ, ਸ਼ਹੀਦਾਂ ਦਾ ਜ਼ਿਲ੍ਹਿਆਂਵਾਲੇ ਬਾਗ ਦੇ ਵਿੱਚ ਪ੍ਰੋਗਰਾਮ ਸੀ, ਤੇ ਬਾਦਲ ਸਾਹਿਬ ਆਪਣੀ ਸਿਹਤ ਖਰਾਬ ਹੋਣ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਅੰਮ੍ਰਿਤਸਰ ਵਿਖੇ ਨਹੀਂ ਸਨ ਪਹੁੰਚੇ।
ਪਰ ਨਰਿੰਦਰ ਮੋਦੀ ਦੇ ਇੱਕ ਸਮਾਗਮ 'ਚ ਉਹਨੂੰ ਵਧਾਈ ਦੇਣ ਵਾਸਤੇ ਬਨਾਰਸ ਵਾਰਾਣਸੀ ਜ਼ਰੂਰ ਪਹੁੰਚ ਗਏ ਸਨ। ਇਹ ਵੀ ਇਹਨਾਂ ਆਗੂਆਂ ਦੇ ਉਹ ਰਾਜਨੀਤਿਕ ਚਿਹਰੇ ਨੇ ਜਿਨ੍ਹਾਂ ਵੱਲੋਂ ਇਹ ਜ਼ਰੂਰ ਸੋਚ ਲੈਣਾ ਚਾਹੀਦਾ ਕਿ ਕਦੇ ਇਹ ਇਨਕਲਾਬੀ ਯੋਧੇ ਨੇ ਤੇ ਕਦੇ ਕੁਝ ਹੈ ਤੇ ਕਦੇ ਕੁਝ ਆ, ਪਰ ਹੁਣ ਜਦੋਂ ਐਨਡੀਏ ਚੋਂ ਬਾਹਰ ਆ ਗਏ ਨੇ, ਗੱਠਜੋੜ ਟੁੱਟ ਚੁੱਕਾ ਤੇ ਭਾਰਤੀ ਜਨਤਾ ਪਾਰਟੀ ਇੱਕ ਮਜ਼ਬੂਤ ਆਪਣਾ ਆਧਾਰ ਬਣਾ ਕੇ ਪੇਸ਼ ਕਰ ਰਹੀ ਹੈ, ਤਾਂ ਉਸ ਵਕਤ ਬਾਦਲ ਸਾਹਿਬ ਨੇ ਨਰਿੰਦਰ ਮੋਦੀ ਨੂੰ ਰਡਾਰ ਤੇ ਲਿਆ। ਉਹ ਇੱਕ ਵੱਖਰਾ ਗੱਲ ਆ, ਰਾਜਨੀਤਿਕ ਮਸਲੇ ਉਹਨਾਂ ਦੇ ਹੋ ਸਕਦੇ ਨੇ, ਪਰ ਫਿਰ ਵੀ ਜੋ ਕੁਝ ਬਾਦਲ ਸਾਹਿਬ ਦੀ ਜਿਹੜੀਆਂ ਗੱਲਾਂ ਕਹੀਆਂ ਨੇ, ਇਹਦੇ ਵਿੱਚ ਤੁਸੀਂ ਮਤ ਸਮਝੋ ਕਿ ਬਾਦਲ ਸਾਹਿਬ ਦਾ ਕੋਈ ਮਨੋਰਥ ਇਹ ਕਿਸਾਨਾਂ ਦੇ ਨਾਲ ਜਾਂ ਕਿਸਾਨਾਂ ਦੇ ਹਿਤੈਸ਼ੀ ਨਾਲ ਸੰਬੰਧਿਤ ਆ। ਕੇਵਲ ਔਰ ਕੇਵਲ ਬਾਦਲ ਸਾਹਿਬ ਦਾ ਇਹ ਜਿਹੜੇ ਬਿਆਨ ਨੇ, ਇਹ ਕੇਵਲ ਉਸ ਸੰਦਰਭ 'ਚ ਨੇ ਕਿ ਜਿਹੜੀ ਉਹ ਭਰੋਸੇਯੋਗਤਾ, ਜਿਹੜੀ ਵਿਸ਼ਵਾਸਤਾ ਜਿਹੜੀ ਆ, ਉਹ ਪੰਜਾਬ ਦੇ ਲੋਕਾਂ 'ਚ ਸ਼੍ਰੋਮਣੀ ਅਕਾਲੀ ਦਲ ਗਵਾ ਚੁੱਕੀ ਹੈ। ਲੋਕ ਅੱਜ ਵੀ ਇਹ ਗੱਲ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਅੰਦਰੋਂ ਅੰਦਰੀ ਸਮਝੌਤਾ ਆ। ਇਹ ਜਿਹੜੀ ਵੱਡੇ ਪੱਧਰ ਤੇ ਸ਼ਮੂਲੀਅਤ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ 'ਚ ਕਰਾਈ ਜਾ ਰਹੀ ਹੈ, ਇਹ ਵੀ ਇੱਕ ਸਾਜ਼ਿਸ਼ ਦਾ ਹਿੱਸਾ। ਤਾਂ ਉਹ ਸਾਰੇ ਦੌਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਪਰੀਮੋ ਦਾ ਇਹ ਬਿਆਨ ਹੋਣਾ ਕਿ ਜੋ ਵੀ ਕੁਝ ਹੋ ਰਿਹਾ ਮੋਦੀ ਉਸ ਦਾ ਜ਼ਿੰਮੇਵਾਰ, ਕੇਵਲ ਔਰ ਕੇਵਲ ਇਹ ਇੱਕ ਅਸੀਂ ਕਹਿ ਦਿੰਦੇ ਹਾਂ ਇੱਕ ਸੌੜੀ ਰਾਜਨੀਤੀ ਆ। ਪਰ ਹੁਣ ਬਾਦਲ ਸਾਹਿਬ ਦਾ ਜਿਹੜਾ ਯੁੱਗ ਆ ਉਹ ਖਤਮ ਹੁੰਦਾ ਜਾ ਰਿਹਾ, ਕਿਉਂਕਿ ਤੁਸੀਂ ਦੇਖੋ ਕਿ ਜਿੰਨੇ ਵੀ ਪੋਸਟਰ ਲੱਗੇ ਨੇ, ਕਿਤੇ ਵੀ ਮੁੱਖ ਮੰਤਰੀ ਦੇ ਰੂਪ 'ਚ ਕਿਤੇ ਪ੍ਰਕਾਸ਼ ਸਿੰਘ ਬਾਦਲ ਹੁਣ ਨਜ਼ਰੀ ਨਹੀਂ ਆਉਂਦੇ, ਉੱਥੇ ਸੁਖਬੀਰ ਸਿੰਘ ਬਾਦਲ ਆ ਰਹੇ ਨੇ। ਤਾਂ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਇਹ ਬਿਆਨ ਜਿਹੜਾ ਕੇਵਲ ਔਰ ਕੇਵਲ ਇੱਕ ਰਾਜਨੀਤਿਕ ਮਫਾਦ ਤੋਂ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਨੀਅਤ ਨਾਲ ਹੀ ਦਿੱਤਾ ਕਿਹਾ ਜਾ ਸਕਦਾ। ਠੀਕ ਹੈ, ਵਧੀਆ ਭਾਵਨਾਵਾਂ ਬੜੀਆਂ ਨੇ। ਇਹ ਤਾਂ ਜਦੋਂ ਇੰਦਰ ਕੁਮਾਰ ਗੁਜਰਾਲ ਸੀ, ਤੁਸੀਂ ਤਾਂ ਤੁਹਾਨੂੰ ਸ਼ਾਇਦ ਉਸ ਗੱਲ ਦਾ ਪਤਾ ਨਾ ਹੋਵੇ, ਆਪਾਂ ਤਾਂ ਉਹਨਾਂ ਚੀਜ਼ਾਂ ਨੂੰ ਆਪਣੀ ਅੱਖੀਂ ਵੇਖਿਆ। ਆਈ ਕੇ ਗੁਜਰਾਲ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਟਾਰਗੇਟ ਕਰਦੀ ਰਹੀ ਹੈ, ਔਰ ਇਵਨ ਕਿ ਡਾਕਟਰ ਮਨਮੋਹਨ ਸਿੰਘ ਨੂੰ ਵੀ ਕਰਦੀ ਰਹੀ ਹੈ। ਡਾਕਟਰ ਮਨਮੋਹਨ ਸਿੰਘ ਕੇਵਲ ਔਰ ਕੇਵਲ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ। ਸ਼ਾਇਦ ਇਸ ਚੈਨਲ ਤੇ ਆਪਾਂ ਨੂੰ ਕਿਸੇ ਵੀ ਇਹੋ ਜਿਹਾ ਸਿੱਖ ਸ਼ਬਦ ਨਹੀਂ ਵਰਤਣਾ ਚਾਹੀਦਾ, ਪਰ ਫਿਰ ਵੀ ਥੋੜੀ ਜਿਹੀ ਖੁੱਲ੍ਹ ਲੈ ਕੇ ਜੇਕਰ ਡਿਫਾਈਨ, ਕਿਉਂਕਿ ਪੰਥਕ ਪਾਰਟੀ ਜਿਸ ਤਰ੍ਹਾਂ ਕਰਦੀ ਹੈ, ਪਹਿਲੇ ਪ੍ਰਧਾਨ ਮੰਤਰੀ ਸਿੱਖ ਪ੍ਰਧਾਨ ਮੰਤਰੀ ਦੇ ਰੂਪ 'ਚ ਡਾਕਟਰ ਮਨਮੋਹਨ ਸਿੰਘ ਸਨ, ਔਰ ਸਭ ਤੋਂ ਜ਼ਿਆਦਾ ਵਿਰੋਧਤਾ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਸੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ। ਔਰ ਇਹਦੇ ਨਾਲ ਹੀ ਨਾਲ ਮੈਂ ਇੱਕ ਗੱਲ ਹੋਰ ਦੱਸਦਾ ਕਿ ਸ਼ਿਵ ਸੈਨਾ ਦਾ ਇੱਕ ਹੋਰ ਲੀਡਰ ਸੀ ਉਹਨਾਂ ਦਿਨਾਂ ਦੇ ਵਿੱਚ ਲੋਕ ਸਭਾ ਦੇ ਵਿੱਚ, ਹਾਲਾਂਕਿ ਸ਼ਿਵ ਸੈਨਾ ਉਸ ਵੇਲੇ ਵਿਰੋਧੀ ਧਿਰ ਦੇ ਵਿੱਚ ਸੀ, ਪਰ ਸ਼ਿਵ ਸੈਨਾ ਨੇ ਕਿਹਾ ਨਹੀਂ, ਇਹ ਜਿਹੜਾ ਬੰਦਾ ਮਹਾਰਾਸ਼ਟਰ ਨਾਲ ਸੰਬੰਧਤ ਆ, ਅਸੀਂ ਇਸ ਦੀ ਸਮਰਥਨ ਕਰਨਾ। ਸ਼ਿਵ ਸੈਨਾ ਦਾ ਇਹ ਇੱਕ ਰੋਲ ਸੀ ਤੇ ਅਕਾਲੀ ਦਲ ਦਾ ਹਮੇਸ਼ਾ ਇੱਕ ਬਤੌਰ ਸਿੱਖ ਪ੍ਰਧਾਨ ਮੰਤਰੀ ਹਮੇਸ਼ਾ ਉਸਦਾ ਵਿਰੋਧ ਜਿਹੜਾ ਉਹ ਕਰਦੇ। ਸੋ ਬਾਦਲ ਸਾਹਿਬ ਇੱਕ ਸੁਲਝੇ ਹੋਏ ਸੁਘੜ ਸਿਆਸਤਦਾਨ ਨੇ, ਸ਼ਾਤਰ ਸਿਆਸਤ, ਪਤਾ ਆ ਕਿ ਸਮੇਂ ਤੇ ਕਿਹੜਾ ਉਹਨਾਂ ਨੇ ਬਿਆਨ ਦਾਖਲਾ, ਇਹ ਵੀ ਉਹਨਾਂ ਦੀ ਇੱਕ ਸੋਚੀ ਸਮਝੀ ਚਾਲ ਆ, ਪਰ ਪੰਜਾਬ ਦੇ ਲੋਕ ਹੁਣ ਉਹਨਾਂ ਦੀ ਗੱਲਾਂ 'ਚ ਆਉਣ ਵਾਲੇ ਨਹੀਂ। ਜੀ ਸਾਹਿਬ, ਜਿਵੇਂ ਤੁਸੀਂ ਹੁਣ ਗੱਲ ਕੀਤੀ ਸੀਗੀ ਭਰੋਸੇਯੋਗਤਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਕਿਸਾਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਗਵਾ ਚੁੱਕੀ ਹੈ, ਲੇਕਿਨ ਉਸ ਭਰੋਸੇਯੋਗਤਾ ਨੂੰ ਜਾਂ ਆਪਣਾ ਅਕਸ ਸੁਧਾਰਨ ਦੇ ਲਈ ਸਾਡੇ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਇੱਕ 17 ਤਰੀਕ ਨੂੰ ਪ੍ਰੋਗਰਾਮ ਉਲੀਕਿਆ ਗਿਆ ਜੀ, ਜਿਸ ਦੇ ਵਿੱਚ ਕਿ ਉਹ ਗੁਰਦੁਆਰਾ ਸ਼੍ਰੀ ਰਕਾਬਗੰਜ ਤੋਂ ਸ਼ੁਰੂ ਹੋ ਕੇ ਇੱਕ ਰੋਸ ਮਾਰਚ ਕਰਨ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਸੰਸਦ ਦੇ ਤੱਕ, ਕਿਉਂਕਿ 17 ਸਤੰਬਰ ਨੂੰ ਹੀ ਜੋ ਕਾਲੇ ਕਾਨੂੰਨ ਨੇ ਜਿਨ੍ਹਾਂ ਕਾਰਨ ਪੰਜਾਬ ਦੀ ਵਿੱਚ ਬਹੁਤ ਜ਼ਿਆਦਾ ਉਥਲ-ਪੁਥਲ ਹੈ, ਪ੍ਰੋਟੈਸਟ ਚੱਲ ਰਿਹਾ ਹੈਗਾ, ਕਿਸਾਨ ਆਪਣੇ ਘਰ-ਬਾਰ ਛੱਡ ਕੇ ਪ੍ਰੋਟੈਸਟ ਦੇ ਵਿੱਚ ਦਿੱਲੀ ਵਿੱਚ ਬੈਠਣ ਦੇ, ਜਿਨ੍ਹਾਂ ਪੰਜਾਬ ਦੇ ਵਿੱਚ ਰੇਡ ਕਰ ਕਿਸਾਨਾਂ ਤੇ ਰਾਜਨੀਤਿਕ ਪਾਰਟੀਆਂ, ਉਹ 3 ਕਾਨੂੰਨਾਂ ਕਰਕੇ ਸੀ। ਤੇ ਉਹੀ ਦਿਨ ਹੈ 17 ਸਤੰਬਰ ਜਦੋਂ ਇਹ ਕਾਨੂੰਨ ਪਾਸ ਹੋਏ ਸੀ, ਤੇ ਇਸੇ ਦਿਨ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਸੀ। ਜਿਹੜੀ ਇਹ ਰੋਸ ਰੈਲੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਅਕਸ ਸੁਧਾਰਨ ਦੇ ਲਈ ਕੀਤੀ ਜਾ ਰਹੀ ਹੈ, ਇਹ ਰੈਲੀ ਕਿੰਨੀ ਕੁ ਕਾਮਯਾਬ ਹੋਵੇਗੀ, ਕੀ ਸੋਚ ਰਹੇ ਹੋ ਇਸ ਬਾਰੇ? ਦੇਖੋ, ਇਹ ਵੀ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਡਰਾਮਾ ਹੈਗਾ ਸੁਖਬੀਰ ਸਿੰਘ ਬਾਦਲ ਹੋਣਾ ਦਾ, ਕਿਉਂਕਿ ਕਿਸਾਨ ਜਥੇਬੰਦੀ ਨੇ ਇੰਨੀ ਗੱਲ ਕਹੀ ਸੀ ਕਿ ਪੰਜਾਬ ਦੇ ਜੇ ਤੁਸੀਂ ਵਾਕਿਆ ਹੀ ਤੁਸੀਂ ਕਿਸਾਨ ਸੰਘਰਸ਼ ਜਥੇਬੰਦੀਆਂ ਦੇ ਨਾਲ ਜੇ, ਤਾਂ ਫਿਰ ਤੁਸੀਂ ਇਸ ਤਰ੍ਹਾਂ ਕਰੋ, ਹਰ ਪਾਰਟੀ ਦਾ ਐਮਐਲਏ, ਵਿਧਾਇਕ, ਐਮਪੀ ਆਓ ਸਾਡੇ ਨਾਲ, ਚਲੋ ਦਿੱਲੀ ਤੇ ਉੱਥੇ ਜਾ ਕੇ ਧਰਨੇ ਦਿਓ, ਤੇ ਉੱਥੇ ਪਾਰਲੀਮੈਂਟ ਦੇ ਸਾਹਮਣੇ, ਤਾਂ ਪਾਰਲੀਮੈਂਟ ਦੇ ਸਾਹਮਣੇ ਧਰਨੇ ਦੇਣ ਦੀ ਬਜਾਏ ਜਾਂ ਕੋਈ ਵੀ ਹਾਮੀ ਭਰਨ ਦੀ ਬਜਾਏ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਹੋਣਾ ਦੀ ਇੱਕ ਰਣਨੀਤੀ ਬੜੀ ਤੇਜ਼ ਚੱਲ ਰਹੀ, ਉਹਨਾਂ ਨੇ ਪਹਿਲਾਂ ਹੀ ਇਹ ਪ੍ਰੋਗਰਾਮ ਦੇ ਦਿੱਤਾ ਕਿ ਅਸੀਂ ਜੀ ਉਸ ਦਿਨ ਜਾ ਕੇ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਦਿੱਲੀ ਦੇ ਵਿੱਚ ਰੋਸ ਮੁਜ਼ਾਹਰਾ ਕਰਾਂਗੇ। ਪਤਾ ਹੈ ਜੇ ਰੋਸ ਮੁਜ਼ਾਹਰਾ ਕਰਨਗੇ, ਲਾਠੀ ਚਾਰਜ ਹੋਏਗਾ, ਪਾਣੀ ਦੀਆਂ ਬਸ਼ਾਰਾਂ ਪੈਣਗੀਆਂ, ਫਿਰ ਉਹ ਸਾਰੀ ਸਥਿਤੀ ਦੇ ਨਾਲ ਫਿਰ ਹੱਥ ਜੋੜ ਕੇ ਉਸ ਸੰਯੁਕਤ ਕਿਸਾਨ ਮੋਰਚੇ ਕੋਲ ਆਉਣਗੇ, ਹਾਂਜੀ ਦੱਸੋ ਜੀ ਅਸੀਂ ਦੇਖੋ ਆਪਣਾ ਫਰਜ਼ ਨਿਭਾਇਆ, ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਅਸੀਂ ਇਸ ਤਰ੍ਹਾਂ ਕੀਤਾ, ਉਹ ਕੀਤਾ, ਤੇ ਹਾਂਜੀ ਫਿਰ ਸਾਨੂੰ ਹੁਣ ਰੈਲੀਆਂ ਕਰਨ ਦੀ ਇਜਾਜ਼ਤ ਪੰਜਾਬ 'ਚ ਦਿੱਤੀ ਜਾਵੇ, ਅਸੀਂ ਪੂਰੇ ਤੌਰ ਤੇ ਆਏ ਹਾਂ। ਇਹੋ ਜਿਹਾ ਡਰਾਮਾ ਜਿਹੜਾ ਉਹ ਕੀਤਾ ਜਾਏਗਾ। ਔਰ ਤੁਹਾਨੂੰ ਇਹ ਵੀ ਦੱਸਦਾ ਕਿ 2 ਦਿਨ ਪਹਿਲਾਂ ਹੀ
ਸੁਖਬੀਰ ਸਿੰਘ ਬਾਦਲ ਉਹਨਾਂ ਦਾ ਦਲਜੀਤ ਸਿੰਘ ਚੀਮਾ ਨੇ ਕਾਲੀ ਪੱਗ ਜਿਹੜੀ ਬੰਨਣੀ ਸ਼ੁਰੂ ਕਰ ਦਿੱਤੀ ਆ ਉਸ ਵਿਰੋਧ ਦੇ ਸਿੱਟੇ 'ਚ। ਸੋ ਅਕਾਲੀ ਦਲ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਇਹੋ ਜਿਹੇ ਡਰਾਮੇ ਜਿਹੜੇ ਨੇ ਬਥੇਰੇ ਕੀਤੇ ਜਾਂਦੇ ਰਹੇ ਨੇ ਔਰ ਗਾਂ ਭਵਿੱਖ ਦੇ ਵਿੱਚ ਵੀ ਆਸਾ ਕੇਵਲ ਉਸ ਦੀ ਮਨਸ਼ਾ ਇਹੋ ਹੀ ਆ ਕਿ ਰੈਲੀਆਂ ਜਿਹੜੀਆਂ ਪ੍ਰਚਾਰ ਜਿਹੜਾ ਪੰਜਾਬ ਦੇ ਵਿੱਚ ਕੀਤਾ ਜਾਵੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਹਵਾ ਜਿਹੜੀ ਉਹ ਬਣੀ ਜਾਵੇ, ਉਹ ਬੇਸ਼ੱਕ ਕਿਸੇ ਵੀ ਕੀਮਤ ਤੇ ਹੋਵੇ। ਇਹ ਜਿਹੜਾ ਰੋਸ ਵਿਚਾਰਾ ਜਿਹੜਾ ਉਹਨਾਂ ਵੱਲੋਂ 17 ਸਤੰਬਰ ਨੂੰ ਕੀਤਾ ਜਾਣਾ, ਇਸ ਦਾ ਕੋਈ ਵੀ ਮਨੋਰਥ ਇਹੋ ਜਿਹਾ ਨਜ਼ਰ ਨਹੀਂ ਆ ਕਿ ਜਿਹੜਾ ਕੁਝ ਕਾਲੇ ਕਾਨੂੰਨਾਂ ਨੂੰ ਵਾਪਸ ਲਿਆਉਣਾ। ਤੁਸੀਂ ਛੱਡੋ ਮਤਲਬ ਪ੍ਰੇਮ ਸਿੰਘ ਚੰਦੂਮਾਜਰਾ ਦੀ ਸਟੇਟਮੈਂਟ ਆਉਂਦੀ ਕਿ ਜੇਕਰ ਸੰਯੁਕਤ ਮੋਰਚਾ ਸਾਨੂੰ ਇਹ ਗੱਲ ਕਵੇ ਕਿ ਅਸੀਂ 700-800 ਵਰਕਰ ਤੁਹਾਡੀ ਸਹਾਇਤਾ ਵਾਸਤੇ ਭੇਜ ਦਿਆ ਕਰਾਂਗੇ ਕਿਸਾਨਾਂ ਦੇ ਸੰਘਰਸ਼ ਮੋਰਚੇ, ਕਿਆ ਨੌਨਸੈਂਸ ਇਹੋ ਜਿਹੀ ਸਟੇਟਮੈਂਟ ਹੈ। ਚਲੋ ਚੰਦੂਮਾਜਰਾ ਸਾਹਿਬ ਦੇ ਸੰਬੰਧ ਚ ਤਾਂ ਇਹੋ ਜਿਹੀਆਂ ਸਟੇਟਮੈਂਟਾਂ ਆਉਂਦੀਆਂ ਰਹਿੰਦੀਆਂ ਕਿ ਜੇਕਰ ਆ ਸੰਘਰਸ਼ ਜਿਹੜਾ ਚੱਲ ਰਿਹਾ ਕਿ ਇਹ ਸਪਾਂਸਰ ਸੰਘਰਸ਼ ਹੈ ਕਿਸਾਨਾਂ ਦਾ, ਕਿ ਜਿਹੜਾ ਉਹਨਾਂ ਨੇ ਹਰ ਪਾਰਟੀ ਕੋਲੋਂ ਵਰਕਰ ਲੈ ਕੇ ਉੱਥੇ ਚਲਾਉਣੇ ਨੇ। ਘੱਟ ਤੋਂ ਘੱਟ ਬੰਦੇ ਨੂੰ ਗੱਲਬਾਤ ਕਰਨ ਤੋਂ ਪਹਿਲਾਂ, ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ। ਬਾਕੀ ਉਹ ਬਾਦਲ ਸਾਹਿਬ ਦੇ ਸੰਬੰਧ ਚ ਪਤਾ ਹੀ ਹੈ ਕਿ ਜਿਹੋ ਜਿਹੇ ਬਿਆਨ ਕਈ ਵਾਰੀ ਦੇ ਦਿੰਦੇ ਆ। ਬਾਕੀ ਠੀਕ ਉਹਨਾਂ ਦੀ ਪਾਰਟੀ ਦਾ ਪ੍ਰੋਗਰਾਮ ਆ, ਲੋਕ ਸਵਾਗਤ ਕਰ ਦੇਣਗੇ। ਹਾਂ, ਪਰ ਉਸ ਦਿਨ ਵੇਖਿਆ ਜਾਏਗਾ ਕਿ ਲੋਕ ਵਿਚਰਦੇ ਕਿੰਨੇ ਤਰੀਕੇ ਨਾਲ। ਉਹ ਵਰਕਰ ਹੋਣਗੇ, ਸ਼ੋਅ ਡਰਾਮਾ ਜਿਹੜਾ ਬੜਾ ਵੱਡੇ ਲੈਵਲ ਤੇ ਪ੍ਰਚਾਰਿਆ ਜਾਵੇਗਾ, ਜਿਹਦੇ ਵਿੱਚ ਲਾਈਵ ਟੈਲੀਕਾਸਟ ਵੀ ਹੋਏਗਾ। PTC ਕੋਈ ਚੈਨਲ ਨੇ ਉਹ ਲਾਈਵ ਟੈਲੀਕਾਸਟ ਵੀ ਕਰ ਦੇਣਗੇ ਇਹਨਾਂ ਦਾ। ਡਾਂਗਾ ਪਾਣੀ ਫੋਟੋਆਂ ਸਭ ਵੱਡੇ ਪੱਧਰ ਤੇ ਵਿਖਾ ਕੇ ਫਿਰ ਕਿਸਾਨ ਜਥੇਬੰਦੀ ਨੂੰ ਦਿਖਾਇਆ ਜਾਏਗਾ ਕਿ ਦੇਖੋ ਜੀ ਕਿਸਾਨਾਂ ਦੀ ਸਭ ਤੋਂ ਵੱਡੀ ਹਥਾਸ਼ੀ ਪਾਰਟੀ ਇਹ ਆ ਕਿ ਜਿਹਨੇ 17 ਸਤੰਬਰ ਨੂੰ ਇੱਕ ਵਿਰੋਧ ਦਿਵਸ ਮਨਾਇਆ ਤੇ ਫਿਰ ਉਹਦੇ ਹਿਸਾਬ ਨਾਲ ਸਾਨੂੰ ਥੋੜੀ ਜਿਹੀ ਰੈਲੀਆਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਹੋ ਜਿਹੀ ਜਿਹੜੀ ਮੰਗ ਜਿਹੜੀ ਆ ਉਹ ਵੀ ਉੱਠ ਸਕਦੀ ਹੈ। ਦਲਜੀਤ ਸਿੰਘ ਚੀਮਾ ਹੋਣੀ ਜਾਂ ਅੰਮ੍ਰਿਤਸਰ ਸੰਗਠਾ ਹੋਣੀ ਕਰ ਸਕਦੇ ਆ। ਬਾਕੀ ਇਹਦੇ ਨਾਲ ਨਿਕਲਣਾ ਕੁਝ ਨਹੀਂ ਹੈ, ਕਿਉਂਕਿ ਲੋਕਾਂ ਦੇ ਵਿੱਚ ਜਿਹੜੀ ਭਰੋਸੇਯੋਗਤਾ ਸ਼੍ਰੋਮਣੀ ਅਕਾਲੀ ਦਲ ਦੀ ਹੈ, ਚਾਹੇ ਉਹ ਬੇਅਦਬੀਆਂ ਦੇ ਮੁੱਦੇ ਹੋਣ, ਚਾਹੇ ਉਹ ਕੋਟਕਪੂਰਾ ਗਾਲੀ ਮੁੱਦਾ ਹੋਵੇ, ਗੋਲੀकांड ਦਾ ਮੁੱਦਾ ਹੋਵੇ, ਜਾਂ ਨਸ਼ਿਆਂ ਦਾ ਮੁੱਦਾ ਹੋਵੇ, ਚਾਹੇ ਪੋਸ਼ਾਕ ਦਾ ਡੇਰੇ ਸੱਚੇ ਸੌਦੇਵਾਲੀ ਦਾ ਮਾਫੀ ਦਾ ਮੁੱਦਾ ਹੋਵੇ, ਉਹ ਜਿਹੜੀ ਭਰੋਸੇਯੋਗਤਾ ਸ਼੍ਰੋਮਣੀ ਅਕਾਲੀ ਦਲ ਗਵਾ ਚੁੱਕਾ। ਉਹ ਇਹੋ ਜਿਹੇ ਡਰਾਮੇ। ਔਰ ਸੈਕੰਡਲੀ ਸਭ ਤੋਂ ਵੱਡਾ, ਇਹਨਾਂ ਕਿਸਾਨੀ ਕਾਨੂੰਨਾਂ ਦੇ ਸੰਦਰਭ ਦੇ ਵਿੱਚ ਵੀ ਜਿੰਨੀ ਢਾਹ ਲੱਗੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਇਹਦੀ ਭੂਮਿਕਾ ਕਰਕੇ, ਮੇਰਾ ਨਹੀਂ ਖਿਆਲ ਕਿ ਇਹੋ ਜਿਹੇ ਡਰਾਮੇ ਇਹਨਾਂ ਦੀ ਭੂਮਿਕਾ ਜਾਂ ਇਹਨਾਂ ਦੀ ਭਰੋਸੇਯੋਗਤਾ ਜਾਂ ਵਿਸ਼ਵਸਤਾ ਨੂੰ ਬਹਾਲ ਕਰ ਸਕਣ। ਜੀ ਸੋਹਣਕੀ ਸਾਹਿਬ, ਤੁਸੀਂ ਸਾਡੇ ਨਾਲ ਚਰਚਾ ਵਿੱਚ ਜੁੜੇ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ, ਜਿਨ੍ਹਾਂ ਨੇ ਪੰਜਾਬ ਦੇ ਨਾਲ ਅਹਿਮ ਮੁੱਦਿਆਂ ਉੱਪਰ ਬਹੁਤ ਅੱਛੀ ਚਰਚਾ ਕੀਤੀ ਹੈ, ਬਹੁਤ ਅੱਛੇ ਵਿਚਾਰ ਪੇਸ਼ ਕੀਤੇ ਨੇ। ਸਾਨੂੰ ਉਮੀਦ ਹੈ ਉਹਨਾਂ ਦੀ ਦੁਆਰਾ ਕੀਤੀ ਗਈ ਚਰਚਾ ਤੇ ਉਹਨਾਂ ਦੇ ਵਿਚਾਰਾਂ ਤੁਸੀਂ ਸਹਿਮਤ ਹੋਗੇ ਤੇ ਤੁਹਾਨੂੰ ਇਹ ਚਰਚਾ ਪਸੰਦ ਆਈ ਹੋਵੇਗੀ। ਇੱਕ ਵਾਰ ਫਿਰ ਤੋਂ ਇਸ ਪ੍ਰੋਗਰਾਮ ਵਿੱਚ ਫਿਰ ਤੋਂ ਮਿਲਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।